और ਜਿਹੜਾ ਤਰਕ ਦਿੱਤਾ ਜਾ ਰਿਹਾ ਕਿ ਪੈਸਾ ਘਟਾ ਰਹੇ ਆ ਦੇਸ਼ ਦੀ ਤਰੱਕੀ ਦੇ ਲਈ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਗਏ ਨੇ, ਫਿਰ ਤੁਸੀਂ ਜਿਹੜੀਆਂ 5-5 6-6 ਪੈਨਸ਼ਨਾਂ ਮਿਲਦੀਆਂ ਨੇ ਪੋਲੀਟੀਕਲ ਕਲਾਸ ਨੂੰ ਕਿਉਂ ਨਹੀਂ ਖਤਮ ਕਰਦੇ? ਖੇਤੀ ਕਾਨੂੰਨਾਂ ਦੇ ਖਿਲਾਫ 1.5 ਸਾਲ ਸੜਕਾਂ ਦੇ ਉੱਤੇ ਕਿਸਾਨ ਬੈਠੇ ਰਹੇ ਔਰ ਹੁਣ ਇੱਕ ਵਾਰ ਫੇਰ ਤੋਂ ਅਗਨੀਪਥ ਰਿਕਰੂਟਮੈਂਟ ਸਕੀਮ ਦੇ ਖਿਲਾਫ ਫੌਜ 'ਚ ਭਰਤੀ ਹੋਣ ਵਾਲੇ ਨੌਜਵਾਨ ਸੜਕਾਂ ਦੇ ਉੱਤੇ ਨੇ। ਨੀਤੀ ਜੇ ਤੁਸੀਂ ਦੇਖੋਗੇ ਕਿਸਾਨਾਂ ਵਾਲੀ ਨੀਤੀ ਤੇ ਫੌਜ ਵਾਲੀ ਨੀਤੀ, ਅਗਨੀਪਥ ਦੀ ਨੀਤੀ ਜਾਂ ਫਿਰ ਰਿਫਾਰਮ ਦੀ ਨੀਤੀ, ਬੇਸਿਕਲੀ ਇਹ ਵੀ ਰਿਫਾਰਮ ਹੀ ਆ। ਤਾਂ ਇਹ ਜਿਹੜੀ ਗੱਲ ਹੈਗੀ ਕਿ ਨੌਜਵਾਨਾਂ ਦੇ ਅੰਦਰ ਇੱਕ ਰੋਸ ਜਿਹੜਾ ਪੈਦਾ ਹੋਇਆ, ਛੋਟੀ ਗੱਲ ਨਹੀਂ। ਬਿਲਕੁਲ ਅੱਜ ਦੇਸ਼ ਦੇ ਵਿੱਚ ਅੱਗ ਲੱਗ ਰਹੀ ਹੈ। ਅਗਨੀਪਥ ਹਾਲਾਂਕਿ ਇਹਨਾਂ ਨੇ ਨਾਮ ਰੱਖਿਆ ਹੈ, ਅਗਨੀਵੀਰ ਕਹਿੰਦੇ ਅਸੀਂ ਉਹਨਾਂ ਨੂੰ ਕਵਾਂਗੇ। ਅੱਜ ਉਹੀ ਅੱਗਾਂ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਕੀ ਲੱਗਦਾ ਬਜਟ ਸਿਰਫ ਪੀਐਮ ਦੀ ਸੁਰੱਖਿਆ ਵਾਸਤੇ ਹੀ ਹੈ, ਆਪਣੇ ਦੇਸ਼ ਦੀ ਸੁਰੱਖਿਆ ਲਈ, ਜਵਾਨਾਂ ਲਈ ਕੋਈ ਬਜਟ? ਉਹੀ ਮੈਂ ਕਹਿ ਰਿਹਾ ਕਿ ਆਪਣੀਆਂ ਸਿਕਿਉਰਿਟੀਆਂ ਤੇ ਲੀਡਰਾਂ ਦੀਆਂ ਸਿਕਿਉਰਿਟੀਆਂ ਦੇ ਲੀਡਰਾਂ ਦੇ ਘਰਾਂ ਤੇ ਖਰਚੇ ਕੱਢ ਲਓ। ਇਹ ਸਟੈਪ ਬੈਕ ਅੱਜ ਨਹੀਂ ਤੇ ਕੱਲ ਕਰਨਾ ਪੈਣਾਗਾ। ਔਰ ਜਿੰਨਾ ਰੋਸ ਹੈਗਾ ਨੌਜਵਾਨ, ਇੱਕ ਗੱਲ ਦੀ ਹੋਰ ਰਿਫਲੈਕਸ਼ਨ ਹੈ, ਪੋਲੀਟੀਕਲ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਬੇਰੁਜ਼ਗਾਰੀ ਦੇ ਨਾਂ ਤੇ ਯੂਥ ਕਿਵੇਂ ਨਿਕਲ ਕੇ ਆਇਆ। ਕੋਈ ਵੀ ਦੇਸ਼ ਦਾ ਜਵਾਨ ਸ਼ਹੀਦ ਨਾ ਹੋਏ, ਦੇਸ਼ ਦੇ ਜਵਾਨ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਸਾਡੇ। ਪਰ ਜਦੋਂ ਸ਼ਹੀਦ ਹੋ ਕੇ ਆ ਜਾਂਦੇ ਸੀ, ਘੱਟੋ ਘੱਟ ਮਾਪਿਆਂ ਲਈ ਇੱਕ ਧਰਵਾਸ ਕੀ ਸੀ, ਪੈਨਸ਼ਨ ਸੀ, ਹਨਾ, ਪੱਕੀ ਨੌਕਰੀ ਇੱਕ ਉਹਦਾ ਜਿਹੜਾ ਜਾਂਦਾ ਸੀ। ਅੱਜ ਜਦੋਂ ਜਵਾਨ ਜਾਏਗਾ ਉਹ ਕੀ ਸੋਚੇਗਾ? ਜਿਹੜੇ ਬੰਦੇ ਦਾ ਇੱਕ 4 ਸਾਲਾਂ ਦੇ ਅੰਦਰ ਇੱਕ ਨੌਜਵਾਨ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ ਦੇਸ਼ ਦੀ ਪੂੰਜੀ ਲਾ ਕੇ, ਉਹ ਜਦੋਂ ਅਸੀਂ ਤਿਆਰ ਕਰ ਰਹੇ ਹਾਂਗੇ ਤੇ ਉਹਦਾ ਤਜਰਬਾ ਹੈਗਾ, ਕੱਲ ਨੂੰ ਲੜਨ ਦਾ ਲੰਬਾ ਸਮਾਂ ਉਹਦੇ ਕੋਲ ਲੜਨ ਦਾ ਹੋਊਗਾ ਘੱਟੋ ਘੱਟ ਜਦੋਂ ਫਿੱਟ ਹੈਗਾ। ਤੇ 4 ਸਾਲ ਲਵਾ ਕੇ ਤੁਸੀਂ ਕੱਢ ਦਿੰਦੇ ਹੋ, ਜਿਹੜਾ ਉਹਦਾ ਐਕਸਪੀਰੀਅੰਸ ਉਹ ਤਾਂ ਮਾਈਨਸ ਹੋ ਗਿਆ। ਫੌਜੀ ਹੁੰਦਾ ਹੈ, ਉਸਨੂੰ ਉਸਦੀ ਵਰਦੀ ਹੀ ਸਭ ਤੋਂ ਵੱਡਾ ਉਸਦਾ ਮਾਣ ਹੁੰਦਾ ਹੈ, ਉਸਦਾ ਰੈਂਕ ਉਸਦਾ ਸਭ ਤੋਂ ਵੱਡਾ ਮਾਣ ਹੁੰਦਾ ਹੈ। ਜਿਹੜੀ ਇਹ ਭਰਤੀ ਹੈ, ਇਸ ਦੇ ਵਿੱਚ ਨਾ ਤਾਂ ਉਹ ਰੈਂਕ ਮਿਲਣਗੇ, ਨਾ ਹੀ ਉਹ ਵਰਦੀ ਮਿਲੂਗੀ। ਉਹਦੇ ਨਾਲੇ ਬੜੇ ਤਰਕ ਦੇ ਰਹੇ ਨੇ ਕਿ ਜੀ ਇਜ਼ਰਾਈਲ ਦੇ ਅੰਦਰ 4 ਸਾਲ ਇਸੇ ਤਰ੍ਹਾਂ ਦੇਸ਼ ਭਗਤੀ ਦੀ ਇੱਕ ਟ੍ਰੇਨਿੰਗ ਹੁੰਦੀ ਹੈ। ਔਰ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਕਿ ਜਿਵੇਂ ਪਹਿਲਾਂ ਕਿਸਾਨੀ ਨੂੰ ਪ੍ਰਾਈਵੇਟਾਈਜੇਸ਼ਨ ਕਰਨ ਦੇ ਉੱਤੇ ਸੀ, ਔਰ ਹੁਣ ਇਹ ਰਿਕਰੂਟਮੈਂਟ ਜਿਹੜੀ ਕਰ ਰਹੀ ਹੈ, ਇਸ ਨੂੰ ਪ੍ਰਾਈਵੇਟਾਈਜੇਸ਼ਨ ਇੱਕ ਤਰੀਕੇ ਦਾ ਰਿਫਾਰਮ ਆ ਰਿਹਾ ਹੈ। ਕੀ ਮੰਨੀਏ ਕਿ ਆਰਮੀ ਦੀ ਹੁਣ ਨਿੱਜੀ ਹੋਣ ਜਾ ਰਹੀ ਹੈ, ਨਿੱਜੀਕਰਨ ਆਰਮੀ ਦਾ ਵੀ ਹੋਣ ਜਾ ਰਿਹਾ ਹੈ। ਦੇਖੋ 1 ਕਰੋੜ ਨੌਜਵਾਨ ਕਹਿੰਦੇ ਤਿਆਰੀ ਕਰਦਾਗਾ, 1 ਕਰੋੜ ਆਰਮੀ 'ਚ ਭਰਤੀ ਹੋਣ ਦੇ ਲਈ ਹਰ ਸਾਲ ਤਿਆਰੀ ਕਰਦੇ ਨੇ 1 ਕਰੋੜ ਨੌਜਵਾਨ। ਐਵੇਂ ਨਹੀਂ ਸੜਕਾਂ ਤੇ ਨਿਕਲੇ। ਹਿਟਲਰ ਨੂੰ ਹਰਾਉਣ ਵਾਲੇ ਅੰਗਰੇਜ਼ ਥੋੜੀ ਸੀਗੇ। ਹਿਟਲਰ ਨੂੰ ਹਰਾਉਣ ਵਾਲੀ ਜਿਹੜੀ ਸੈਕੰਡ ਵਰਲਡ ਵਾਰ ਦੇ ਅੰਦਰ ਸਭ ਤੋਂ ਜ਼ਿਆਦਾ ਯੂਨਿਟ ਜਾ ਕੇ ਉੱਥੇ ਕਰਦੇ ਉਹ ਸਿੱਖਾਂ ਦੀ ਹੈਗੀ। ਛੱਡੋ ਅਗਨੀਪਥ ਸਕੀਮ ਨੂੰ ਫਲਾਣੇ ਧਮਕੇ ਨੂੰ, ਸਭ ਤੋਂ ਵੱਡਾ ਡਰ ਇਹ ਹੋਣਾ ਚਾਹੀਦਾ ਕਿ ਅੱਜ ਨੌਜਵਾਨ ਬਰੂਦ ਦਾ ਢੇਰ ਬਣਿਆ ਬੈਠਾ ਹੈ ਇਸ ਦੇਸ਼ 'ਚ। ਸਭ ਤੋਂ ਵੱਡੀ ਅਲਟਰਾ ਨੈਸ਼ਨਲ ਪਾਰਟੀ ਹੈ ਬੀਜੇਪੀ ਦਾ। ਜਿਹੜੀ ਪਾਰਟੀ ਸਭ ਤੋਂ ਵੱਡੀ ਨੈਸ਼ਨਲਿਸਟ ਪਾਰਟੀ ਬਣਦੀ ਹੈ, ਜਿਹੜੀ ਪਾਰਟੀ ਅਲਟਰਾ ਨੈਸ਼ਨਲਿਜ਼ਮ ਦੀ ਗੱਲ ਕਰਦੀ ਹੈ, ਉਹ ਆਪਦੀ ਆਰਮੀ ਦੇ ਉੱਤੇ ਐਡਾ ਵੱਡਾ ਸਮਝੌਤਾ ਕਰੇ ਤਾਂ ਲੋਕ ਤਾਂ ਫਿਰ ਉਹਦੀ ਆਲੋਚਨਾ ਕਰਨਗੇ। ਲੋਕ ਤਾਂ ਉਹਦੀ ਤਿੱਖੀ ਆਲੋਚਨਾ ਕਰ ਰਹੇ ਨੇ। ਖੇਤੀ ਕਾਨੂੰਨਾਂ ਦੇ ਖਿਲਾਫ 1.5 ਸਾਲ ਸੜਕਾਂ ਦੇ ਉੱਤੇ ਕਿਸਾਨ ਬੈਠੇ ਰਹੇ ਔਰ ਹੁਣ ਇੱਕ ਵਾਰ ਫੇਰ ਤੋਂ ਅਗਨੀਪਥ ਰਿਕਰੂਟਮੈਂਟ ਸਕੀਮ ਦੇ ਖਿਲਾਫ ਫੌਜ 'ਚ ਭਰਤੀ ਹੋਣ ਵਾਲੇ ਨੌਜਵਾਨ ਸੜਕਾਂ ਦੇ ਉੱਤੇ ਨੇ। ਰਾਜਨੀਤੀ ਡੀਕੋਡ ਦੇ ਵਿੱਚ ਅੱਜ ਡੀਕੋਡ ਕਰਾਂਗੇ ਅਗਨੀਪਥ ਰਿਕਰੂਟਮੈਂਟ ਸਕੀਮ। ਸਾਡੇ ਨਾਲ ਯਾਦਵਿੰਦਰ ਜੀ ਨੇ। ਯਾਦਵਿੰਦਰ ਜੀ, ਪਹਿਲਾਂ ਕਿਸਾਨ ਤੇ ਹੁਣ ਨੌਜਵਾਨ, ਕਿਵੇਂ ਵੇਖਦੇ ਹੋ? ਦੇਖੋ ਨੀਤੀ ਜੇ ਤੁਸੀਂ ਦੇਖੋਗੇ ਕਿਸਾਨਾਂ ਵਾਲੀ ਨੀਤੀ ਤੇ ਫੌਜ ਵਾਲੀ ਨੀਤੀ, ਅਗਨੀਪਥ ਦੀ ਨੀਤੀ ਜਾਂ ਫਿਰ ਰਿਫਾਰਮ ਦੀ ਨੀਤੀ, ਬੇਸਿਕਲੀ ਇਹ ਵੀ ਰਿਫਾਰਮ ਹੀ ਆ। ਬੇਸਿਕਲੀ 1991 ਤੋਂ ਬਾਅਦ ਗਲੋਬਲਾਈਜੇਸ਼ਨ ਤੋਂ ਬਾਅਦ ਜੋ ਦੇਸ਼ 'ਚ ਇਕਨੋਮਿਕ ਰਿਫਾਰਮ ਸ਼ੁਰੂ ਹੋਏ, ਉਹਦੇ 'ਚ ਮੇਨ ਸ਼ਰਤ ਵਰਲਡ ਬੈਂਕ ਦੀ, IMF ਦੀ ਇਹ ਆ ਕਿ ਪਬਲਿਕ ਸੈਕਟਰ ਨੂੰ ਖਤਮ ਕਰੋ। ਪਬਲਿਕ ਸੈਕਟਰ ਖਤਮ ਕਰਕੇ ਪ੍ਰਾਈਵੇਟ ਖੇਤਰ ਨੂੰ ਲੈ ਕੇ ਆਓ, ਪ੍ਰਾਈਵੇਟ ਖੇਤਰ ਨੂੰ ਉਤਸ਼ਾਹਿਤ ਕਰੋ, ਸਬਸਿਡੀ ਸਿਸਟਮ ਖਤਮ ਕਰੋ ਤੇ ਨੌਕਰੀਆਂ ਖਤਮ ਕਰੋ ਸਰਕਾਰੀ ਅਦਾਰਿਆਂ 'ਚੋਂ। ਜਿਹੜੀ ਅਗਲੀ ਰਿਕਰੂਟਮੈਂਟ ਆ ਉਹ ਡੇਲੀ ਬੇਸਿਸ ਤੇ ਰੱਖੋ ਜਾਂ ਪੱਕੀ ਭਰਤੀ ਨਾ ਕਰੋ। ਉਹੀ ਤੁਹਾਨੂੰ ਰਿਫਲੈਕਸ਼ਨ ਕਿਸਾਨ ਅੰਦੋਲਨ 'ਚ ਦਿਖ ਰਹੀ ਹੈ ਕਿ ਖੇਤੀ ਨੂੰ ਪੂਰੀ ਨੂੰ ਖਤਮ ਕਰਕੇ ਵੱਡੇ ਜਿਹੜੇ ਯੂਨਿਟ ਬਣਾਉਣੇ, ਜੋ ਵਰਲਡ ਬੈਂਕ ਦੀ ਨੀਤੀ, IMF ਦੀ ਨੀਤੀ ਆ, ਉਹੀ ਨੀਤੀ ਤੁਹਾਨੂੰ ਇਸ ਫੌਜ ਵਾਲੇ ਮਸਲੇ ਜਾਂ ਜਿਹੜੀਆਂ ਬਾਕੀ ਨੌਕਰੀਆਂ ਖਤਮ ਕੀਤੀਆਂ ਨੇ ਸਕੂਲਾਂ ਕਾਲਜਾਂ ਦੀਆਂ, ਉਹਦੇ 'ਚ ਨਜ਼ਰ ਆਉਂਦੀ ਹੈ। ਤਾਂ ਇੱਕ ਤਾਂ ਸੇਮ ਗੱਲ ਇਹ ਆ ਦੋਵਾਂ ਚੀਜ਼ਾਂ 'ਚ, ਤੁਸੀਂ ਦੋਵਾਂ ਨੂੰ ਜੋੜਿਆ ਤੇ ਇਹ ਦੋਵੇਂ ਜੁੜਦੀਆਂ ਨੇ ਸੱਚੀਓ, ਕਿ ਨੀਤੀ ਹੈ ਜਿਹੜੀ ਦੋਵਾਂ ਦੇ ਬਾਰੇ ਇੱਕ ਆ। ਕਾਰਪੋਰੇਟ ਉੱਥੇ ਵੱਡਾ ਲੈ ਕੇ ਆਉਣਾ, ਵੱਡੀ ਖੇਤੀ ਕਰਨੀ ਜੋ ਲਾਰਜ ਲੈਵਲ ਤੇ ਅਮਰੀਕਾ, ਆਸਟ੍ਰੇਲੀਆ, ਜਿੱਥੇ ਮਰਜ਼ੀ ਵੈਸਟ 'ਚ ਹੁੰਦੀ ਹੈਗੀ, ਔਰ ਉਸੇ ਤਰੀਕੇ ਦੇ ਨਾਲ ਪਬਲਿਕ ਸੈਕਟਰ ਨੂੰ ਖਤਮ ਕਰਨਾ। ਪਬਲਿਕ ਸੈਕਟਰ ਮਤਲਬ ਸਾਰੇ ਕਿਤੋਂ ਪਬਲਿਕ ਸੈਕਟਰ ਆਪਣੇ ਸਾਹਮਣੇ ਆ ਕਿ ਕਾਲਜਾਂ 'ਚ ਭਰਤੀ ਨਹੀਂ ਹੋਈਆਂ, ਸਕੂਲਾਂ 'ਚ ਭਰਤੀਆਂ ਨਹੀਂ ਹੋ ਰਹੀਆਂ ਹੈਗੀਆਂ, ਸੈਕਟਰੀਏਟ 'ਚ ਭਰਤੀਆਂ ਨਹੀਂ ਹੁੰਦੀਆਂ। ਜਿਹੜੀ ਲੋੜ ਸੀ, ਸਿਰਫ ਜਿਹੜੇ 2-3 ਅਦਾਰੇ ਰਹਿ ਗਏ ਸੀ, ਪੁਲਿਸ, ਫੌਜ,
ਇੱਥੇ ਹੁੰਦੀ ਸੀ, ਇੱਥੇ ਵੀ ਇਹ ਗੜਬੜ ਹੋ ਗਈ। ਤਾਂ ਨੀਤੀ ਉਹ ਆ ਕਿ ਕਿਵੇਂ ਇਹ ਸਾਰੇ ਕਾਸੇ ਨੂੰ ਖਤਮ ਕਰਨਾ। ਜਿਹੜਾ ਹੁਣ ਕਿਹਾ ਗਿਆ ਕਿ 4 ਸਾਲ ਦਾ, 4 ਸਾਲ ਦੇ ਲਈ ਅਸੀਂ ਭਰਤੀ ਕਰਾਂਗੇ। ਹਰ ਸਾਲ ਜਿਹੜੀ ਫੌਜ ਦੇ ਅੰਦਰ ਗਗਨ ਜਦੋਂ ਤੱਕ UPA ਸਰਕਾਰ ਰਹੀ ਹੈ 80,000 ਇੱਕ ਸਾਲ 'ਚ ਭਰਤੀ ਹੁੰਦੀ ਹੈ, ਫੌਜ ਦੀ ਪੱਕੀ ਭਰਤੀ ਸੀ ਜਿਹੜੀ। ਮੋਦੀ ਸਰਕਾਰ ਜਦੋਂ ਆਈ ਉਦੋਂ ਤੱਕ ਵੀ ਹੁਣ 40-45 ਲਾਸਟ ਜਿਹੜੀ ਇਹਨਾਂ ਦੀ ਫਿਗਰ ਆ ਸਾਲ ਦੀ 40-45,000 ਭਰਤੀ ਕਰਦੇ। ਹੁਣ ਜਿਹੜਾ ਇਹ ਕਹਿ ਰਹੇ ਨੇ ਕਿ ਅਸੀਂ ਭਰਤੀ ਕਰਾਂਗੇ ਪੱਕੀ ਭਰਤੀ 50,000 ਦੇ ਨੇੜੇ 60,000 ਦੇ ਨੇੜੇ ਕਰਾਂਗੇ, ਪਰ ਹਾਂ 65,000 ਭਰਤੀ ਹੈ। ਉਹ ਜਿਹੜੀ ਭਰਤੀ ਹੈਗੀ ਉਹ ਇੰਨੀ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿ 4 ਸਾਲ ਤੁਹਾਨੂੰ ਰੱਖਾਂਗੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਆਰਮੀ ਦੇ ਅੰਦਰ ਐਕਸਪੀਰੀਅੰਸ ਦੀ ਲੋੜ ਹੁੰਦੀ ਹੈ। ਅਸੀਂ ਕਿਸ ਗੱਲ ਦਾ ਲੋਹਾ ਮੰਨਦੇ ਹਾਂ ਕਿਸੇ ਵੀ ਫੀਲਡ 'ਚ, ਪੱਤਰਕਾਰੀ ਆ, ਆਰਮੀ ਹੈ, ਕਿ ਯਾਰ ਬੰਦੇ ਦਾ ਤਜਰਬਾ, ਜਿਹੜੇ ਬੰਦੇ ਦਾ 4 ਸਾਲਾਂ ਦੇ ਅੰਦਰ ਇੱਕ ਨੌਜਵਾਨ ਜਿਹੜਾ ਅਸੀਂ ਤਿਆਰ ਕਰ ਰਹੇ ਹਾਂ ਦੇਸ਼ ਦੀ ਪੂੰਜੀ ਲਾ ਕੇ, ਉਹ ਜਦੋਂ ਅਸੀਂ ਤਿਆਰ ਕਰ ਰਹੇ ਹਾਂਗੇ ਤੇ ਉਹਦਾ ਤਜਰਬਾ ਹੈਗਾ, ਕੱਲ ਨੂੰ ਲੜਨ ਦਾ ਲੰਬਾ ਸਮਾਂ ਉਹਦੇ ਕੋਲ ਲੜਨ ਦਾ ਹੋਊਗਾ, ਘੱਟੋ ਘੱਟ ਜਦੋਂ ਫਿੱਟ ਆਗਾ। ਤੇ 4 ਸਾਲ ਲਵਾ ਕੇ ਤੁਸੀਂ ਕੱਢ ਦਿੰਦੇ ਹੋ, ਜਿਹੜਾ ਉਹਦਾ ਐਕਸਪੀਰੀਅੰਸ ਉਹ ਤਾਂ ਮਾਈਨਸ ਹੋ ਗਿਆ। ਬਿਲਕੁਲ, ਜਿਹੜਾ ਉਹ ਸਨਮਾਨ ਆ, ਮਾਣ ਆ। ਦੂਜੀ ਗੱਲ ਜਿਹੜੇ ਸਾਡੇ, ਚਲ ਮੈਂ ਕਹਿੰਦਾ ਕੋਈ ਵੀ ਦੇਸ਼ ਦਾ ਜਵਾਨ ਸ਼ਹੀਦ ਨਾ ਹੋਏ, ਦੇਸ਼ ਦੇ ਜਵਾਨ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਸਾਡੇ, ਪਰ ਜਦੋਂ ਸ਼ਹੀਦ ਹੋ ਕੇ ਆ ਜਾਂਦੇ ਸੀ ਘੱਟੋ ਘੱਟ ਮਾਪਿਆਂ ਲਈ ਇੱਕ ਧਰਵਾਸ ਕੀ ਸੀ, ਪੈਨਸ਼ਨ ਸੀ, ਹਨਾ, ਪੱਕੀ ਨੌਕਰੀ ਇੱਕ ਉਹਦੇ ਲਈ ਜਿਹੜਾ ਜਾਂਦਾ ਸੀ। ਅੱਜ ਜਦੋਂ ਜਵਾਨ ਜਾਏਗਾ ਉਹ ਕੀ ਸੋਚੇਗਾ? ਉਹ 4 ਸਾਲਾਂ 'ਚੋਂ ਸ਼ਹੀਦ ਵੀ ਹੋ ਸਕਦਾ, ਪਰਮਾਤਮਾ ਨਾ ਕਰੇ ਕੋਈ ਸ਼ਹੀਦ ਨਾ ਹੋਵੇ, ਚੜ੍ਹਦੀ ਕਲਾ 'ਚ ਰਹਿਣ ਸਾਡੇ ਜਵਾਨ। ਤਾਂ ਕੀ ਫਿਰ ਕੀ ਕਿਸੇ ਦੇ ਮਨ 'ਚ ਕੀ ਆਊਗਾ ਗਗਨ? ਜਿਹੜਾ ਬੰਦਾ ਉੱਥੇ ਬਾਰਡਰ ਦੇ ਉੱਤੇ ਆ, ਡਿਸਟਰਬਡ ਏਰੀਆ 'ਚ ਕਿਹਾ ਗਿਆ ਸਾਰੇ ਕਿਤੇ ਭੇਜਾਂਗੇ ਤੁਹਾਨੂੰ, ਮਾਰੂਥਲ 'ਚ ਵੀ ਭੇਜਾਂਗੇ, ਪਹਾੜਾਂ 'ਚ ਵੀ ਭੇਜਾਂਗੇ, ਕਸ਼ਮੀਰ ਵੀ ਜਾਏਗਾ, ਉਹ ਰਾਜਸਥਾਨ ਦੇ ਬੀਕਾਨੇਰ ਬਾਰਡਰ ਤੇ ਵੀ ਖੜਾ ਹੋਏਗਾ, ਜੰਮੂ 'ਚ ਵੀ ਖੜਾ ਹੋਏਗਾ, ਉਹ ਪੰਜਾਬ ਦੇ ਬਾਰਡਰ ਤੇ ਵੀ ਖੜਾ ਹੋਏਗਾ। ਤਾਂ ਕੱਲ ਨੂੰ ਫਿਰ ਕੀ ਗਰੰਟੀ ਹੈਗੀ? ਇਹ ਜੌਬਾਂ ਦੇ ਅੰਦਰ ਤਾਂ ਚਾਹੀਦਾ ਨਾ ਸਾਨੂੰ, ਹੋਰ 'ਚ ਨਾ ਕਰੋ। ਬਿਲਕੁਲ। ਔਰ ਜਿਹੜਾ ਇਹ ਤਰਕ ਦਿੱਤਾ ਜਾ ਰਿਹਾ ਕਿ ਪੈਸਾ ਘਟਾ ਰਹੇ ਆ ਦੇਸ਼ ਦੀ ਤਰੱਕੀ ਦੇ ਲਈ, ਵੱਡੇ ਵੱਡੇ ਇਸ਼ਤਿਹਾਰ ਦਿੱਤੇ ਗਏ ਨੇ, ਫਿਰ ਤੁਸੀਂ ਜਿਹੜੀਆਂ 5-5 6-6 ਪੈਨਸ਼ਨਾਂ ਮਿਲਦੀਆਂ ਨੇ ਪੋਲੀਟੀਕਲ ਕਲਾਸ ਨੂੰ, ਕਿਉਂ ਨਹੀਂ ਖਤਮ ਕਰਦੇ? ਔਰ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਫੌਜ ਦੇ ਵਿੱਚ ਜਿਹੜਾ ਫੌਜੀ ਹੁੰਦਾ ਹੈ ਉਸ ਨੂੰ ਉਸਦੀ ਵਰਦੀ ਹੀ ਸਭ ਤੋਂ ਵੱਡਾ ਉਸਦਾ ਮਾਣ ਹੁੰਦਾ ਹੈ, ਉਸਦਾ ਰੈਂਕ ਉਸਦਾ ਸਭ ਤੋਂ ਵੱਡਾ ਮਾਣ ਹੁੰਦਾ ਹੈ। ਜਿਹੜੀ ਇਹ ਭਰਤੀ ਹੈ ਇਸ ਦੇ ਵਿੱਚ ਨਾ ਤਾਂ ਉਹ ਰੈਂਕ ਮਿਲਣਗੇ, ਨਾ ਹੀ ਉਹ ਵਰਦੀ ਮਿਲੂਗੀ। ਤਾਂ ਉਹੀ ਤਾਂ ਮੈਂ ਕਹਿ ਰਿਹਾ ਹਾਂਗਾ ਕਿ ਜਿਹੜੀ ਹੁਣ ਤਰਕ ਦੇਖੋ, ਤਰਕ ਦੇਣ ਵਾਲੇ ਬੜੇ ਤਰਕ ਦੇ ਰਹੇ ਨੇ ਕਿ ਜੀ ਇਜ਼ਰਾਈਲ ਦੇ ਅੰਦਰ 4 ਸਾਲ ਇਸੇ ਤਰ੍ਹਾਂ ਦੇਸ਼ ਭਗਤੀ ਦੀ ਇੱਕ ਟ੍ਰੇਨਿੰਗ ਹੁੰਦੀ ਹੈ। ਇਜ਼ਰਾਈਲ, ਕਿਉਂਕਿ ਫਲਸਤੀਨ ਤੇ ਇਜ਼ਰਾਈਲ ਦਾ ਬਹੁਤ ਪੁਰਾਣਾ ਮਸਲਾ ਚੱਲ ਰਿਹਾ, ਹਾਲਾਂਕਿ ਫਲਸਤੀਨ ਦੇ ਨੌਜਵਾਨ ਹੀ ਮੈਂਟਲੀ ਦੁਨੀਆ ਸਭ ਤੋਂ ਜ਼ਿਆਦਾ, ਮੈਕਲੋਡਗੰਜ ਦੇ ਤੁਸੀਂ ਜਾਓਗੇ ਨਾ, ਜਿੱਥੇ ਸਭ ਤੋਂ ਜ਼ਿਆਦਾ ਲੋਕ ਬੈਠੇ ਉੱਥੇ ਭਰ ਪੀ ਜਾਂਦੇ ਨੇਗੇ, ਉਹਨਾਂ 'ਚ ਤੁਹਾਨੂੰ ਜ਼ਿਆਦਾ ਬਹੁਤ ਇਜ਼ਰਾਈਲੀ ਮਿਲਣਗੇ। ਉਹਨਾਂ ਨਾਲ ਕਦੇ ਗੱਲਾਂ ਕਰਕੇ ਦੇਖਿਓ, ਉੱਥੇ ਇੰਨਾ ਪ੍ਰੈਸ਼ਰ ਆਗਾ ਜਵਾਨੀ ਤੇ, ਦੇਸ਼ ਤੇ, ਮੁਲਕ ਤੇ, ਕਿ ਹਰ ਬੰਦੇ ਨੂੰ ਲੱਗਦਾ ਮੈਂ ਕਦੋਂ ਵੀ ਕਿਸੇ ਗੋਲੀ ਦਾ ਸ਼ਿਕਾਰ ਹੋ ਸਕਦਾ। ਹਰ ਬੰਦਾ ਵਾਇਲੈਂਸ ਜਾ ਰਿਹਾ ਹੈਗਾ। ਤੇ ਇਜ਼ਰਾਈਲ ਦੇ ਅੰਦਰ ਇਹ ਆ, ਕਹਿੰਦੇ ਜੀ ਉੱਥੇ ਤਾਂ ਦੇਸ਼ ਭਗਤੀ ਲਈ ਜਾਂਦੇ ਆ। ਇਜ਼ਰਾਈਲ ਦੇ ਅੰਦਰ ਜਿੰਨਾ ਭੱਤਾ ਮਿਲਦਾ, ਭੱਤਾ 4 ਸਾਲਾਂ ਦਾ ਕੋਈ ਤਨਖਾਹ ਨਹੀਂ ਦਿੰਦੇ ਜੀ, ਜਿੰਨਾ ਭੱਤਾ ਦਿੰਦੇ ਨੇ ਉਹ ਭੱਤਾ ਸਾਡੀ ਜਿਹੜੀ ਇਹ ਤਨਖਾਹ ਦੇਣੀ ਇਹਨਾਂ ਨੇ ਉਹ ਤੋਂ ਜ਼ਿਆਦਾ ਬਣਦਾ। ਔਰ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਕਿ ਜਿਵੇਂ ਪਹਿਲਾਂ ਕਿਸਾਨੀ ਨੂੰ ਪ੍ਰਾਈਵੇਟਾਈਜੇਸ਼ਨ ਕਰਨ ਦੇ ਉੱਤੇ ਸੀ, ਔਰ ਹੁਣ ਇਹ ਰਿਕਰੂਟਮੈਂਟ ਜਿਹੜੀ ਕਰ ਰਹੀ ਹੈ ਇਸ ਨੂੰ ਪ੍ਰਾਈਵੇਟਾਈਜੇਸ਼ਨ ਇੱਕ ਤਰੀਕੇ ਦਾ ਰਿਫਾਰਮ ਆ ਰਿਹਾ। ਤਾਂ ਕੀ ਮੰਨੀਏ ਕਿ ਆਰਮੀ ਦੀ ਹੁਣ ਨਿੱਜੀ ਹੋਣ ਜਾ ਰਹੀ ਹੈ, ਨਿੱਜੀਕਰਨ ਆਰਮੀ ਦਾ ਵੀ ਹੋਣ ਜਾ ਰਿਹਾ? ਦੇਖੋ, ਇਹ ਦੁਨੀਆ ਦੇ ਅੰਦਰ ਮੈਂ ਉਹੀ ਕਹਿ ਰਿਹਾ ਕਿ ਉਸੇ ਮਾਡਲ ਦੇ ਅੰਦਰ ਦੁਨੀਆ ਦੇ ਅੰਦਰ ਬਹੁਤ ਸਾਰੀਆਂ ਥਾਵਾਂ ਪੁਲਿਸ ਆ ਜਿਹੜਾ ਉਹ ਹੋਈ ਹੈ, ਨਿੱਜੀਕਰਨ ਹੋਇਆਗਾ। ਸਵਾਲ ਇਹ ਹੈ ਕਿ ਜਿਹੜੇ ਲੋਕਾਂ ਨੇ ਇੱਕ ਦਿਲੋਂ ਲੜਨਾਗਾ, ਘੱਟੋ ਘੱਟ ਜਦੋਂ ਲੜਨ ਜਾ ਰਹੇ ਨੇ ਤਾਂ ਉਹਨਾਂ ਦੇ ਪਰਿਵਾਰਾਂ ਦੀ ਇੱਕ ਪ੍ਰੋਟੈਕਸ਼ਨ ਤਾਂ ਹੁੰਦੀ ਹੈ ਨਾ। ਜਿਵੇਂ ਪੁਰਾਣੀਆਂ ਆਪਾਂ ਮਿਡੇਵਲ ਹਿਸਟਰੀ ਦੇਖਦੇ ਹਾਂ ਕਿ ਕੌਮ ਕਹਿੰਦੀ ਸੀ ਇਹ ਸਾਡੀਆਂ ਫੈਮਲੀਆਂ ਨੇ, ਕੌਮਾਂ ਕਹਿੰਦੀਆਂ ਸੀ ਸਾਡੀਆਂ ਫੈਮਲੀਆਂ ਨੇ ਜੀ, ਜਾਂ ਫਿਰ ਦੇਸ਼ ਕਹਿੰਦੇ ਨੇ, ਦੇਸ਼ ਦੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਭਾਈ ਤੁਸੀਂ ਸਾਡੇ ਪਰਿਵਾਰ ਹੋ, ਤੁਸੀਂ ਆਪਦੇ ਪਰਿਵਾਰਾਂ ਦੀ ਪਰਵਾਹ ਨਾ ਕਰੋ, ਤੁਸੀਂ ਦੇਸ਼ ਦੇ ਪਰਿਵਾਰ ਹੋ, ਤੁਹਾਡੇ ਪਰਿਵਾਰ ਦੇਸ਼ ਦੇ ਪਰਿਵਾਰ ਨੇ, ਸਰਕਾਰ ਦੇ ਪਰਿਵਾਰ ਨੇ। ਹੁਣ ਕੀ ਹੈਗਾ ਫਿਰ? ਸਰਕਾਰ ਦੇ ਲਈ ਤਾਂ ਕੋਈ ਮਤਲਬ ਉਹ ਨਿੱਜੀਕਰਨ ਤੁਸੀਂ ਕਰਤਾ। ਔਰ ਜਿਹੜੇ ਮੁੰਡੇ ਤਿਆਰੀ 1 ਕਰੋੜ ਨੌਜਵਾਨ ਕਹਿੰਦੇ ਤਿਆਰੀ ਕਰਦਾਗਾ, 1 ਕਰੋੜ ਆਰਮੀ 'ਚ ਭਰਤੀ ਹੋਣ ਦੇ ਲਈ ਹਰ ਸਾਲ ਤਿਆਰੀ ਕਰਦੇ ਨੇ 1 ਕਰੋੜ ਨੌਜਵਾਨ, ਐਵੇਂ ਨਹੀਂ ਸੜਕਾਂ ਤੇ ਨਿਕਲੇ। ਆਪਾਂ ਨੂੰ ਇਸ ਗੱਲ ਦੀ ਮਹਿਸੂਸ ਨਹੀਂ ਹੁੰਦਾ ਕਈ ਵਾਰ, ਕਿਉਂਕਿ ਅਸੀਂ ਉਹਨਾਂ ਪ੍ਰੈਕਟੀਕਲੀ ਨਹੀਂ ਜੁੜੇ ਹੁੰਦੇ ਰਿਕਰੂਟਮੈਂਟ। ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਤੇ ਹਰਿਆਣਾ, ਤੁਹਾਨੂੰ ਪਤਾ ਜੀਨ 'ਚ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਪੰਜਾਬ ਤੇ ਹਰਿਆਣਾ ਉਹ ਧਰਤੀ ਹੈ ਜਿੱਥੇ ਸਭ ਤੋਂ ਜ਼ਿਆਦਾ ਜਨਰਲ ਵੀ ਹੋਏ ਨੇ ਆਰਮੀ ਦੇ, ਜਿੱਥੇ ਸਭ ਤੋਂ ਪਿੰਡਾਂ ਦੇ ਪਿੰਡ ਨੇ, ਜਿੱਥੋਂ ਪੂਰੇ ਪਿੰਡਾਂ ਦੇ ਪਿੰਡ ਤਿਆਰ ਹੋ ਕੇ ਜਾਂਦੇ ਨੇ, ਪਿੰਡਾਂ ਦੇ ਪਿੰਡ ਜਿੱਥੇ ਭਰਤੀ ਹੁੰਦੇ ਨੇ ਆਰਮੀ ਦੇ ਅੰਦਰ। ਉਹ ਅੱਜ ਦਾ ਨਹੀਂ, ਮਿਲਟਰੀ ਦੇ ਅੰਦਰ ਬੈਸਟ ਜਿਹੜੇ ਮਿਲਟਰੀ ਮੈਨ ਨੇ ਅੰਗਰੇਜ਼ਾਂ ਦੇ ਦੌਰ ਤੋਂ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਉਹ ਪੰਜਾਬੀ ਸਿੱਖ ਰਹੇ ਨੇ। ਸਿੱਖ ਰੈਜੀਮੈਂਟ ਖਾਸ ਤੌਰ ਅੰਗਰੇਜ਼ਾਂ ਨੇ ਜਿਹੜੀ ਸਭ ਤੋਂ ਵੱਧ ਭਰਤੀ ਹੈ ਅੰਗਰੇਜ਼ਾਂ ਦੀ, ਜੇ ਤੁਸੀਂ ਭਰਤੀ ਦੇਖੋਗੇ ਇਸ ਰੀਜ਼ਨ ਚੋਂ ਆ ਕੇ ਕੀਤੀ ਉਹਨਾਂ ਨੇ। ਫਸਟ ਵਰਲਡ ਵਾਰ ਦੇ ਟਾਈਮ 'ਚ ਹਰਿਆਣਾ ਪੰਜਾਬ ਇਕੱਠੇ ਹੀ ਸੀਗਾ। ਇਹ ਮਾਰਸ਼ਲ ਇਲਾਕਾ ਗਾ, ਮਾਰਸ਼ਲ ਕੌਮਾਂ ਨੇ, ਦਲੇਰ ਨੇ, ਜਾਟ ਨੇ, ਜੱਟ ਨੇ, ਸਿੱਖ ਨੇ, ਇਹ ਮਾਰਸ਼ਲ ਮੰਨੇ ਜਾਂਦੇ ਨੇ। ਤੇ ਇਹਨਾਂ ਦੀ ਸਭ ਤੋਂ ਜ਼ਿਆਦਾ ਲੜੇ ਨੇ, ਸਭ ਤੋਂ ਜ਼ਿਆਦਾ ਭਰਤੀ ਹੈ। ਜਿਵੇਂ ਸੁਬਰਾਮਨਿਆ ਸਵਾਮੀ ਕਹਿ ਰਹੇ ਸੀ ਕਿ ਹਿਟਲਰ ਨੂੰ ਹਰਾਉਣ ਵਾਲੇ ਅੰਗਰੇਜ਼ ਥੋੜੀ ਸੀਗੇ,
ਹਿਟਲਰ ਨੂੰ ਹਰਾਉਣ ਵਾਲੀ ਜਿਹੜੀ ਸੈਕੰਡ ਵਰਲਡ ਵਾਰ ਦੇ ਅੰਦਰ ਸਭ ਤੋਂ ਜ਼ਿਆਦਾ ਯੂਨਿਟ ਜਾ ਕੇ ਉੱਥੇ ਕਰਦੇ ਉਹ ਸਿੱਖਾਂ ਦੀ ਹੈਗੀ, ਸਿੱਖ ਨੇਗੇ ਉਹ। ਤਾਂ ਇਹ ਜਿਹੜੀ ਇਹ ਇਲਾਕਾ ਹੈਗਾ ਮਿਲਟਰੀ ਦੇ ਪੱਖ ਤੋਂ ਬੜਾ ਇੰਪੋਰਟੈਂਟ। ਮੈਂ ਇਲਾਕੇ ਦੀ ਗੱਲ ਨਹੀਂ ਕਰਨੀ ਕਿਉਂਕਿ ਦੇਸ਼ ਦਾ ਮਸਲਾ ਹੁਣ, ਪਰ ਅਸੀਂ ਕਹਿੰਦੇ ਕਿ ਇਹ ਇਲਾਕਿਆਂ 'ਚ ਲੋਕ ਖੁਦਕੁਸ਼ੀਆਂ ਕਰਨ ਲੱਗੇ, ਨੌਜਵਾਨ ਜੀਣ ਦਾ ਖੁਦਕੁਸ਼ੀ ਕਰ ਗਿਆ। ਤਾਂ 1 ਕਰੋੜ ਨੌਜਵਾਨ ਜਦੋਂ ਤਿਆਰੀ ਕਰ ਰਿਹਾ ਹੋਵੇ ਇੱਕ ਟੈਸਟ ਦੀ ਜੀ, ਤੇ ਉਹਦੇ ਤੁਸੀਂ ਅਰਮਾਨ ਤੋੜ ਦੋ, ਉਹ ਹੁਣ ਕੀ ਸੋਚੂਗਾ, ਹੋਰ ਕਿਸੇ ਬਾਰੇ ਸੋਚੂਗਾ? ਉਹਦਾ ਤਾਂ ਮਤਲਬ ਜਿਹੜਾ 1 ਕਰੋੜ ਨੌਜਵਾਨ ਤਿਆਰੀ ਕਰਦਾ ਜਿਹ ਚੋਂ 60-70 ਹਜ਼ਾਰ ਜਾਂ 80 ਹਜ਼ਾਰ 90 ਹਜ਼ਾਰ ਭਰਤੀ ਹੁੰਦਾ, ਤੇ ਉਹਦੇ 'ਚ ਕੀ ਉਹ ਜਾਊਗਾ ਜੀ ਮੇਰੀ ਸਿਕਿਉਰਿਟੀ ਹੋਈ ਨਹੀਂ। ਸਭ ਤੋਂ ਬੰਦਾ ਪਹਿਲਾਂ ਕੀ ਸੋਚਦਾ ਕਿ ਯਾਰ ਮੇਰੇ ਪਰਿਵਾਰ ਦੀ, ਮੈਂ ਜਾ ਰਿਹਾ ਦੇਸ਼ ਦੇ ਲਈ ਲੜਨ, ਮੇਰੇ ਪਰਿਵਾਰ ਦੀ ਸਿਕਿਉਰਿਟੀ ਮੇਰੀ ਸਰਕਾਰ ਦੇ ਹੱਥ ਆ, ਮੇਰੇ ਲੋਕਾਂ ਦੇ ਹੱਥ ਆ। ਤੇ ਬਾਅਦ 'ਚ ਕੌਣ ਪੁੱਛਦਾ ਪਰਿਵਾਰਾਂ ਨੂੰ? ਆਪਾਂ ਦੇਖਿਆ ਹੈਗਾ ਜਿਹੜੇ ਸ਼ਹੀਦ ਪਰਿਵਾਰ ਵਿਚਾਰੇ ਕਿਵੇਂ ਰੁਲਦੇ ਨੇਗੇ। ਤਾਂ ਇਹ ਜਿਹੜੀ ਗੱਲ ਹੈਗੀ ਕਿ ਨੌਜਵਾਨਾਂ ਦੇ ਅੰਦਰ ਇੱਕ ਰੋਸ ਜਿਹੜਾ ਪੈਦਾ ਹੋਇਆ, ਇਹ ਛੋਟੀ ਗੱਲ ਨਹੀਂ ਹੈ। ਬਿਲਕੁਲ ਅੱਜ ਦੇਸ਼ ਦੇ ਵਿੱਚ ਅੱਗ ਲੱਗ ਰਹੀ ਹੈ। ਅਗਨੀਪਥ ਹਾਲਾਂਕਿ ਇਹਨਾਂ ਨੇ ਨਾਮ ਰੱਖਿਆ ਹੈ, ਅਗਨੀਵੀਰ ਕਹਿੰਦੇ ਅਸੀਂ ਉਹਨਾਂ ਨੂੰ ਕਵਾਂਗੇ। ਅੱਜ ਉਹੀ ਅੱਗਾਂ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ। ਕਿਤੇ ਆਪਾਂ ਦੇਖਦੇ ਹਾਂ ਕਿ ਨੌਕਰੀਆਂ ਲੈਣ ਦੇ ਚੱਕਰਾਂ ਦੇ ਵਿੱਚ ਧਰਨੇ ਹੁੰਦੇ ਨੇ, ਅੱਜ ਜਿਹੜੀ ਨੌਕਰੀਆਂ ਕੱਢੀਆਂ ਗਈਆਂ ਉਹਦੇ ਚੱਕਰਾਂ ਦੇ ਵਿੱਚ ਧਰਨੇ ਹੋ ਰਹੇ ਨੇ। ਪਹਿਲਾਂ ਕੀ ਸੀ ਕਿ ਜਿਹੜੇ ਆਰਮੀ 'ਚ ਰਹਿਣਗੇ ਉਰੇ ਸਰਕਾਰੀ ਨੌਕਰੀਆਂ ਆ ਕੇ ਕਰ ਸਕਦੇ ਨੇ ਜੀ, ਹੁਣ ਤੁਸੀਂ ਉਹਨਾਂ ਨੂੰ ਹੀ ਵਿਚਾਰਿਆਂ ਨੂੰ ਪ੍ਰਾਈਵੇਟ ਕਰਤਾ। ਕਿੱਥੇ ਉਹ ਆ ਕੇ ਰਿਸਪੈਕਟ, ਦੇਖੋ ਜਿਹੜਾ ਆਰਮੀ 'ਚ ਬੰਦਾ ਹੁੰਦਾ ਰਿਸਪੈਕਟਡ ਜੌਬ ਭਾਲਦਾ। ਆਰਮੀ ਬਹੁਤ ਰਿਸਪੈਕਟ ਵਾਲਾ ਪੇਸ਼ਾ ਹੈਗਾ। ਆਰਮੀ ਦਾ ਬੰਦਾ ਦੇਖੋ, ਫੌਜੀ ਆਪਾਂ ਜਦੋਂ ਕਹਿੰਦੇ ਆ ਵੀ ਫੌਜੀ ਕਿਵੇਂ ਅੜ ਜਾਂਦੇ ਨੇ, ਫੌਜੀ ਸਾਹਿਬ ਕਹਿ ਕੇ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਫੌਜੀ ਸਾਹਿਬ ਕਹਿੰਦੇ ਆ, ਔਰ ਫੌਜੀ ਅੜ ਜਾਂਦੇ ਨੇ ਰਿਸਪੈਕਟ ਲਈ। ਉਹ ਕੀ ਜਿਹੜੇ ਬੰਦੇ ਨੂੰ ਉੱਥੇ ਤੁਸੀਂ ਕੱਚੀ ਜੌਬ ਦੇ ਰਹੇ ਹੋ, ਇੱਥੇ ਆ ਕੇ ਕੀ ਜੌਬ ਕਰੂਗਾ? ਕਿਤੇ ਪ੍ਰਾਈਵੇਟ ਥਾਂ ਤੇ ਸਿਕਿਉਰਿਟੀ ਗਾਰਡ ਲੱਗੂਗਾ। ਘੱਟੋ ਘੱਟ ਜਿਹੜੇ ਹੁਣ ਲੱਗਦੇ ਸੀ ਉਹ ਸਰਕਾਰੀ ਬੈਂਕਾਂ 'ਚ ਲੱਗ ਰਹੇ ਨੇ, ਚੰਗੀਆਂ ਪੋਸਟਾਂ ਤੇ ਹੁੰਦੇ ਨੇ। ਸਰਕਾਰੀ ਨੌਕਰੀ 'ਚ ਸਰਕਾਰ ਦੇ ਅੰਦਰ ਹੀ ਪੁਲਿਸ 'ਚ ਭਰਤੀ ਹੋਏ ਨੇ, ਨਾਇਬ ਤਹਿਸੀਲਦਾਰ ਭਰਤੀ ਹੋ ਰਹੇ ਨੇ, ਕਿੰਨੇ ਮੁੰਡੇ ਫੌਜੀ ਭਰਤੀ ਹੋ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਟਾਈਮ ਬੜਾ ਉਹਨਾਂ ਨੇ ਭਰਤੀਆਂ ਕੀਤੀਆਂ ਸੀ। ਜੇ ਤੁਸੀਂ ਉੱਥੇ ਇਹਨਾਂ ਨੂੰ ਸਾਰਿਆਂ ਨੂੰ ਕਰਕੇ ਜਦੋਂ 4 ਸਾਲ ਦੇ ਇੱਥੇ ਕੀ ਰਿਸਪੈਕਟ ਮਿਲੂ? ਜਿਨ੍ਹਾਂ ਨੂੰ ਸਰਕਾਰ ਸਾਡੀ ਰਿਸਪੈਕਟ ਨਹੀਂ ਦੇ ਰਹੀ, ਉਹਨਾਂ ਨੂੰ ਇੱਥੇ ਰਿਸਪੈਕਟ ਕੀ ਮਿਲੂਗੀ? ਔਰ ਮੇਰੇ ਹਿਸਾਬ ਨਾਲ ਮੋਸਟ ਕ੍ਰੂਸ਼ੀਅਲ ਪੀਰੀਅਡ ਹੀ ਯਾਦਵਿੰਦਰ ਜੀ ਇਹ ਹੁੰਦਾ 17 ਤੋਂ 21 ਸਾਲ ਦਾ ਹੀ ਇਹ ਪੀਰੀਅਡ ਹੁੰਦਾ ਹੈ ਜਦੋਂ ਨੌਜਵਾਨ ਨੇ ਆਪਣਾ ਭਵਿੱਖ ਤੈਅ ਕਰਨਾ ਹੁੰਦਾ, ਜਦੋਂ ਉਹਨੇ ਸਟਰੀਮ ਚੁਣਨੀ ਹੁੰਦੀ ਹੈ, ਏਮ ਚੁਣਨਾ ਹੁੰਦਾ। ਜਦੋਂ ਤੁਸੀਂ ਉਹੀ ਉਹਨਾਂ ਦਾ ਟਾਈਮ ਜਿਹੜਾ ਹੈ ਉਹ ਤੁਸੀਂ ਉੱਥੇ 4 ਸਾਲ ਲੈ ਲਓਗੇ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਨਿਹੱਤੇ ਕਰ ਦੋਗੇ, ਬੰਦਾ ਕੀ ਕਰੂਗਾ? ਬੇਰੁਜ਼ਗਾਰੀ ਸਭ ਤੋਂ ਵੱਡੀ ਇਸ ਮੁਲਕ ਦੇ ਅੰਦਰ ਹੈ। ਔਰ ਜਦੋਂ ਸਾਡੀਆਂ ਗੱਲਾਂ ਕੀ ਹੁੰਦੀਆਂ ਨੇ, ਪਹਿਲਾਂ ਕਹਿੰਦੇ ਹੁੰਦੇ ਜਦੋਂ ਆਪਾਂ ਪੜ੍ਹ ਰਹੇ ਸੀ 2020 ਤੱਕ ਭਾਰਤ ਅਮਰੀਕਾ ਬਣ ਜਾਏਗਾ, ਇਹ ਗੱਲ ਹੁੰਦੀ ਸੀ ਬੜੀ ਮਸ਼ਹੂਰ। ਫਿਰ ਸਾਡਾ ਕੰਪੈਰੀਜ਼ਨ ਅਸੀਂ ਕਿਤੇ ਛੋਟੀ ਥਾਂ ਨਾਲ ਤਾਂ ਕਰਦੇ ਨਹੀਂ, ਖਾਸ ਤੌਰ ਤੇ ਜਦੋਂ ਮੋਦੀ ਗਵਰਨਮੈਂਟ ਹੈ, ਚੀਨ ਨਾਲ, ਅਮਰੀਕਾ ਨਾਲ, ਇਜ਼ਰਾਈਲ ਨਾਲ, ਤਾਕਤਵਰ ਮੁਲਕਾਂ ਨਾਲ। ਉਹਨਾਂ ਦੀ ਫੌਜ ਦੇ ਬਜਟ ਕੱਢ ਕੇ ਦੇਖੋ। ਚਾਈਨਾ ਦਾ ਬਜਟ ਦੁਨੀਆ ਦਾ ਸਭ ਤੋਂ ਵੱਡਾ ਬਜਟ ਆਰਮੀ ਦਾ, ਔਰ ਉਹ ਆਪਦੇ ਸਭ ਤੋਂ ਜ਼ਿਆਦਾ ਖਰਚ ਕਰ ਰਹੇ ਨੇ ਹਿਊਮਨ ਰਿਸੋਰਸ ਤੇ, ਯਾਨੀ ਫੌਜ 'ਚ ਭਰਤੀ ਹੋਣ ਵਾਲੇ ਲੋਕਾਂ ਤੇ। ਆਰਮੀ ਦਾ ਬਜਟ ਇਸ ਨਹੀਂ ਕਰਕੇ ਕਹਿੰਦੇ ਸੀ ਹਥਿਆਰ ਖਰੀਦੀ ਚੱਲੋ ਕੱਲੇ। ਇਹ ਵੀ ਇੱਕ ਬਹੁਤ ਵੱਡੀ ਉਹ ਆ ਗਈ ਕਿ ਹਥਿਆਰ ਫਿਰ ਕਿਵੇਂ ਡਿਸਟਰਕਸ਼ਨ ਦਾ ਕਾਰਨ ਬਣਦੇ ਨੇ, ਹਨਾ। ਪੂਰੀ ਦੁਨੀਆ ਤਬਾਹ ਹੁੰਦੀ ਹੈ ਇਹਨਾਂ ਨਾਲ। ਪਰ ਮੈਨ ਪਾਵਰ ਜਿਹੜੀ ਹਿਊਮਨ ਰਿਸੋਰਸ ਪਾਵਰ ਆ, ਉਹ ਤਾਂ ਬਹੁਤ ਵੱਡੀ ਚੀਜ਼ ਆ। ਔਰ ਤੁਸੀਂ ਬਜਟ ਘਟਾਈ ਜਾਓਗੇ, ਬਾਕੀ ਥਾਵਾਂ ਤੇ ਤੁਹਾਡੇ ਕੋਲ ਖਰਚੇ, ਜਿਵੇਂ ਕਹਿੰਦਾ ਪੋਲੀਟੀਕਲ ਕਲਾਸ ਦੀਆਂ ਜਿਹੜੀਆਂ ਪੈਨਸ਼ਨਾਂ ਨੇ, 5-5 7-7 ਪੈਨਸ਼ਨਾਂ, ਉਹਨਾਂ ਦਾ ਬਜਟ ਕੱਢ ਕੇ ਦੇਖੋ ਤੁਸੀਂ, ਔਰ ਇਹਨਾਂ ਦਾ ਬਜਟ ਦੇਖ ਲਓ। ਪੀਐਮ ਮੋਦੀ ਜਦੋਂ ਤੁਸੀਂ ਕਿਸੇ ਨੂੰ ਪੈਨਸ਼ਨ ਨਹੀਂ ਦੇਣੀ, ਉਹ 10 ਲੱਖ ਰੁਪਏ ਤੋਂ ਜ਼ਿਆਦਾ ਬਣਦਾ। ਇਜ਼ਰਾਈਲ ਵਾਲੀ ਜਿਹੜੀ ਮੈਂ ਦੱਸ ਰਿਹਾ, ਜਿਹੜਾ ਉਹਨੂੰ ਭੱਤਾ ਮਿਲਦਾ, ਉਰੋਂ ਦੇ 10 ਲੱਖ ਰੁਪਏ ਜਿਹੜਾ ਕਹਿੰਦੇ ਲਾਸਟ 'ਚ ਦੇਵਾਂਗੇ, ਉਹ ਵਿੱਚੋਂ ਕੱਟ ਕੇ ਦੇਣਾ ਇਹਨਾਂ ਨੇ। ਪੈਨਸ਼ਨ ਜਿਵੇਂ ਹੁੰਦਾ ਨਾ ਵੀ ਤੁਸੀਂ 21,000 22,000 ਦੇ ਰਹੇ ਹੋ, ਉਹ 'ਚ 7,000 ਰੁਪਇਆ ਕੱਟ ਰਹੇ ਹੋ, ਉਹ ਕੱਟਿਆ ਹੋਇਆ ਪੈਸੇ ਦੇਣੇ ਨੇ। ਨਾ ਤੁਹਾਡੇ ਕੋਲ ਪੈਨਸ਼ਨ ਆ, ਨਾ ਤੁਹਾਡੇ ਕੋਲ ਉਹ ਆ, ਤਾਂ ਕਿਉਂ ਬੰਦਾ ਫਿਰ ਜਿਹੜਾ ਮੁਲਕ ਦੀ ਸਰਹੱਦ ਦੇ ਉੱਤੇ ਖੜਾ, ਜਿਹਨੂੰ ਐ ਪਤਾ ਮੈਂ 4 ਸਾਲ ਲਈ ਉਹ ਕਰਨਾ, ਜਿਹੜੀ ਉਹ ਭਾਵਨਾ ਤੁਸੀਂ ਪੈਦਾ ਕਰਨੇ ਚਾਹੁੰਦੇ ਹੋ ਦੇਸ਼ ਭਗਤੀ ਦੀ, ਉਹ ਕਿੱਥੋਂ ਆਊਗੀ ਬੰਦੇ ਦੇ ਅੰਦਰ? ਕੀ ਲੱਗਦਾ ਬਜਟ ਸਿਰਫ ਪੀਐਮ ਦੀ ਸੁਰੱਖਿਆ ਵਾਸਤੇ ਹੀ ਹੈ, ਆਪਣੇ ਦੇਸ਼ ਦੀ ਸੁਰੱਖਿਆ ਲਈ, ਜਵਾਨਾਂ ਲਈ ਕੋਈ ਬਜਟ ਨਹੀਂ? ਉਹੀ ਮੈਂ ਕਹਿ ਰਿਹਾ ਕਿ ਆਪਦੀਆਂ ਸਿਕਿਉਰਿਟੀਆਂ ਤੇ ਲੀਡਰਾਂ ਦੀਆਂ ਸਿਕਿਉਰਿਟੀਆਂ ਦੇ ਲੀਡਰਾਂ ਦੇ ਘਰਾਂ ਤੇ ਖਰਚੇ ਕੱਢ ਲਓ ਤੁਸੀਂ। ਮੈਂ ਗਰੰਟੀ ਨਾਲ ਕਹਿਣਾ ਕਿ ਜਿਹੜਾ ਇਹ ਰੌਲਾ ਪਾਉਂਦੇ ਨੇ ਕਿ ਇੰਨਾ ਬਜਟ, ਇਹ ਤੋਂ ਜੋ ਨਾ ਹੋ ਜੇ। ਲੀਡਰਾਂ ਦੇ ਘਰਾਂ ਦੇ ਖਰਚੇ, ਲੀਡਰਾਂ ਦੀ ਸਿਕਿਉਰਿਟੀਆਂ ਦੇ ਖਰਚੇ, ਲੀਡਰਾਂ ਦੀ ਪੈਨਸ਼ਨ, ਲੀਡਰਾਂ ਦੀਆਂ ਤਨਖਾਹਾਂ, ਆ 4 ਚੀਜ਼ਾਂ ਦੇ ਤੁਸੀਂ ਖਰਚੇ ਗਿਣ ਲਓ। ਜੇ ਜਿਹੜਾ ਇਹ ਕਹਿ ਰਹੇ ਨੇ ਕਿ ਜੇ ਐਂ ਭਰਤੀ ਕਰਾਂਗੇ ਤਾਂ ਇੰਨਾ ਬੋਝ ਪੈ ਜੂ, ਜਦੋਂ ਘੱਟ ਨਾ ਹੋਵੇ। ਔਰ ਤੁਹਾਡੇ ਤਾਂ ਇਸ ਕਰਕੇ ਇਹ ਮੈਂ ਕਹਿਣਾ ਹੈਗਾ ਕਿ ਇੰਟਰਨੈਸ਼ਨਲੀ ਤੁਸੀਂ ਬਣਨਾ ਚਾਹੁੰਦੇ ਹੋ ਕਿ ਅਸੀਂ ਇੰਟਰਨੈਸ਼ਨਲ ਪਾਵਰ ਬਣਨਾ ਚਾਹੁੰਦੇ ਹੈਗੇ, ਅਸੀਂ ਪੂਰੇ ਦੁਨੀਆ ਨੂੰ ਅਸੀਂ ਉਹ ਕਰਾਂਗੇ। ਦੁਨੀਆ ਦੇ ਦੇਸ਼ਾਂ ਦਾ ਬਜਟ ਦੇਖ ਲਓ, ਚੀਨ ਦਾ ਬਜਟ ਦੇਖ ਲਓ, ਅਮਰੀਕਾ ਦਾ ਬਜਟ ਦੇਖ ਲਓ, ਉਹਨਾਂ ਦੇ ਬਜਟ ਤਾਂ ਕਿਤੇ ਦੀ ਕਿਤੇ ਨੇ, ਉਹ ਤਾਂ ਬਹੁਤ ਸਟਰੋਂਗ ਨੇ, ਉਹ ਤਾਂ ਆਪਦੇ ਹਿਊਮਨ ਰਿਸੋਰਸ ਪਾਵਰ ਤੇ ਸਭ ਤੋਂ ਜ਼ਿਆਦਾ ਪ੍ਰੋਟੈਕਟ ਕਰਦੇ ਨੇ। ਉਹਨਾਂ ਦੀ ਫੌਜ ਦੁਨੀਆ ਭਰ ਦੇ ਹਿੱਸਿਆਂ ਜਾਂਦੀ ਆ, ਪਰ ਆਪਣੀ ਫੌਜ ਦੇ ਲਈ, ਆਪਣੇ ਫੌਜੀਆਂ ਲਈ ਉਹ ਇੰਨੀ ਰਿਸਪੈਕਟ ਆ, ਉਹਨਾਂ ਦੀ ਸੈਲਰੀ ਨੂੰ ਲੈ ਕੇ ਹਰ ਚੀਜ਼ ਆ ਜਿਹੜੀ ਉਹ ਆ। ਇੱਥੇ ਤੁਸੀਂ ਸੈਲਰੀ ਵੀ ਨਹੀਂ ਦੇ ਰਹੇ, ਕੰਮ ਵੀ ਸਭ ਤੋਂ ਤੁਸੀਂ ਦੇਖੋ ਕਿੰਨਾ ਰਿਸਕੀ ਕੰਮ ਹੈ ਆਰਮੀ ਦੇ ਅੰਦਰ। ਸੈਸ਼ਨ ਦੀ ਆਪਾਂ ਗੱਲ ਕਰ ਲਈਏ, ਸੈਸ਼ਨ ਕਿਸ ਤਰੀਕੇ ਦੇ ਨਾਲ ਬੰਦਾ ਤਾਂ ਬੰਦਾ ਹੀ ਆ ਨਾ, ਉਹਦੇ 'ਚ ਦੇਸ਼ ਭਗਤੀ ਜਾਗੂ ਜੋ ਵੀ ਆ, ਪਰ ਬੰਦਾ ਤਾਂ ਬੰਦਾ ਹੀ ਹੈਗਾ। ਇੱਕ ਬੰਦੇ ਦੇ ਕੰਮ ਦੇ ਮੁਤਾਬਕ ਤਾਂ ਟ੍ਰੀਟ ਕਰ ਲਓ ਉਹਨੂੰ ਵੀ ਤੇਰਾ ਕੰਮ ਕੀ ਆ, ਕਿੱਡਾ ਤੇਰਾ ਹੈਵੀ ਕੰਮ ਆ,
ਫਿਜ਼ੀਕਲ ਕੰਮ ਆ ਸਾਰੇ ਕੰਮ, ਮੈਂਟਲ ਦਾ ਕੰਮ ਹੀ ਨਹੀਂ ਕੋਈ। ਤੁਹਾਡੇ ਮੈਨੂੰ ਵਿਅਕਤੀ ਦਾ ਨਾਮ ਨਹੀਂ ਯਾਦ ਆ ਰਿਹਾ ਜਿਸ ਨੇ ਉਹ ਵੀਡੀਓ ਵੀ ਪਾਈ ਸੀ ਕਿ ਖਾਣ ਨੂੰ ਰੋਟੀ ਕੀ ਮਿਲਦੀ ਹੈਗੀ, ਉਹ ਹਾਲਾਂਕਿ ਜਿਹੜੇ ਉਸ ਤੋਂ ਬਾਅਦ ਹਰਿਆਣੇ ਦੇ ਨੇਗੇ, ਹਰਿਆਣੇ ਦੇ ਜਿਹੜੇ BSF ਦਾ ਨੌਜਵਾਨ ਜੀ, ਸੀਗਾ, ਹਾਂਜੀ, ਹਾਂ। ਉਹ ਕਿਸਾਨ ਅੰਦੋਲਨ ਚ ਵੀ ਆਏ ਸੀ, ਮੈਂ ਵੀ ਨਾ ਭੁੱਲ ਗਿਆ, ਉਹਨਾਂ ਦਾ ਇੰਟਰਵਿਊ ਵੀ ਕੀਤਾ ਮੈਂ ਉਹਨਾਂ ਦਾ। ਬਾਅਦ 'ਚ ਹਾਲਾਂਕਿ ਉਹ ਪੋਲਿਟਿਕਸ 'ਚ ਵੀ ਆ ਗਏ ਸੀ, ਚੋਣ ਵੀ ਲੜੇ ਸੀ। ਉਹਨਾਂ ਨੇ ਉਹ ਸਾਰਾ ਉਦੋਂ ਦੱਸਿਆ ਹੈਗਾ। ਇੱਕ ਪਾਸੇ ਇਹ ਸਾਰਾ ਕੁਛ ਆ, ਤਾਂ ਇਸ ਕਰਕੇ ਇਹ ਸਟੈਪ ਬੈਕ ਅੱਜ ਨਹੀਂ ਤੇ ਕੱਲ ਕਰਨਾ ਪੈਣਾ ਹੈਗਾ। ਔਰ ਜਿੰਨਾ ਰੋਸ ਹੈਗਾ ਨੌਜਵਾਨ, ਇੱਕ ਗੱਲ ਦੀ ਹੋਰ ਰਿਫਲੈਕਸ਼ਨ ਹੈ, ਪੋਲੀਟੀਕਲ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਬੇਰੁਜ਼ਗਾਰੀ ਦੇ ਨਾਂ ਤੇ ਯੂਥ ਕਿਵੇਂ ਨਿਕਲ ਕੇ ਆਏਗਾ। ਇਹ ਸਭ ਤੋਂ ਵੱਡਾ ਡਰ ਹੋਣਾ ਚਾਹੀਦਾ ਸਰਕਾਰ ਨੂੰ। ਛੱਡੋ ਅਗਨੀਪਥ ਸਕੀਮ ਨੂੰ, ਫਲਾਣੇ ਧਮਕੇ ਨੂੰ, ਸਭ ਤੋਂ ਵੱਡਾ ਡਰ ਇਹ ਹੋਣਾ ਚਾਹੀਦਾ ਕਿ ਅੱਜ ਨੌਜਵਾਨ ਬਰੂਦ ਦਾ ਢੇਰ ਬਣਿਆ ਬੈਠਾ ਹੈਗਾ ਇਸ ਦੇਸ਼ 'ਚ, ਬੇਰੁਜ਼ਗਾਰ ਹੈਗਾ। ਬੇਰੁਜ਼ਗਾਰ ਨੌਜਵਾਨ ਕੀ ਕਰਦੇ ਹੁੰਦੇ ਨੇ, ਦੇਸ਼ਾਂ 'ਚ ਨਾਰਕੀਆਂ ਕਿਵੇਂ ਫੈਲਦੀਆਂ ਨੇ, ਰੈਵੋਲੂਸ਼ਨ ਕਿਵੇਂ ਹੁੰਦੇ ਨੇ, ਸਿਵਲ ਵਾਰਾਂ ਕਿਵੇਂ ਹੁੰਦੀਆਂ, ਲੜਾਈਆਂ ਕਿਵੇਂ ਹੁੰਦੀਆਂ ਨੇ। ਔਰ ਇਸ ਗੱਲ ਦਾ ਖਦਸ਼ਾ ਲੋਕ ਜਤਾ ਰਹੇ ਅੱਜ ਜਿਹੜੇ ਲੋਕ ਭਰਤੀ ਕਰੋਗੇ 4 ਸਾਲ, ਉਹਨੂੰ ਕਿੱਥੇ ਕੋਈ ਮਿਸਯੂਜ਼ ਕਰ ਸਕਦਾ? ਬਿਲਕੁਲ, ਕੋਈ ਆਰਗੇਨਾਈਜੇਸ਼ਨ ਮਿਸਯੂਜ਼ ਕਰ ਸਕਦੀ ਹੈ, ਕੋਈ ਬਾਹਰੀ ਤਾਕਤ ਮਿਸਯੂਜ਼ ਕਰ ਸਕਦੀ ਹੈ। ਟ੍ਰੇਨਿੰਗ ਲੈ ਕੇ ਆ ਗਿਆ, ਹਥਿਆਰਾਂ ਦੀ ਟ੍ਰੇਨਿੰਗ ਆ ਉਹਦੇ ਕੋਲੇ 4 ਸਾਲ ਦੀ, 4 ਸਾਲ ਚ ਹਥਿਆਰ ਚਲਾਉਣਾ ਸਿੱਖ ਲੂਗਾ। ਉਹ ਇੱਥੇ ਆ ਕੇ ਸਿਵਲ ਦੇ ਅੰਦਰ ਤਾਂ ਫਿਰ ਜਦੋਂ ਤੁਹਾਡਾ ਤਾਂ ਗੈਂਗਸਟਰ ਹੀ ਨਹੀਂ ਖਤਮ ਹੋ ਰਹੇ। ਗੈਂਗਸਟਰ ਤੁਸੀਂ ਕਹਿੰਦੇ ਹੋਗੇ ਸਾਰਾ ਕੁਝ ਕੀ ਗੈਂਗਸਟਰ, ਉਹ ਤਾਂ ਫਿਰ ਹਰ ਬੰਦਾ ਇੱਕ ਟ੍ਰੇਨਡ ਬੰਦਾ ਹੈਗਾ। ਜੇ ਉਹਨੂੰ ਕੋਈ ਨਹੀਂ ਮੌਕੇ ਹੋਣਗੇ ਰੋਜ਼ਗਾਰ ਦੇ ਤਾਂ ਕਿੱਧਰ ਜਾਊਗਾ ਉਹ? ਔਰ ਮੋਰਓਵਰ ਸਭ ਤੋਂ ਵੱਡੀ ਗੱਲ ਇਹ ਹਾਈਲੀ ਕੌਨਫੀਡੈਂਸ਼ੀਅਲ ਜਿਹੜਾ ਡੇਟਾ ਹੈਗਾ ਉਹ ਲੀਕ ਹੋ ਸਕਦਾ ਹੈ। 4 ਸਾਲ ਦਾ ਤੁਸੀਂ ਆਪਣੇ ਅੰਦਰ ਰੱਖ ਲਿਆ, ਉਸ ਦੇ ਉੱਤੇ ਤੁਸੀਂ ਪਾਬੰਦੀਆਂ ਲਗਾ ਦਿੱਤੀਆਂ। ਚਲੋ ਮੈਂ ਮੰਨ ਲੈਣਾ ਕਿ ਥੱਲੜੇ ਜਿਹੜੇ ਆਪਾਂ ਜਿਹੜਾ ਇੱਕ ਆਮ ਫੌਜੀ ਹੁੰਦਾ ਉਹਦੇ ਕੋਲ ਉਸ ਲੈਵਲ ਦੀ ਇਨਫੋਰਮੇਸ਼ਨ ਨਹੀਂ ਹੋਣੀ, ਬਟ ਟ੍ਰੇਨਿੰਗ ਤਾਂ ਹੈਗੀ ਆ ਨਾ, ਡੇਟੇ ਦੀ ਇਨਫੋਰਮੇਸ਼ਨ ਸਿਸਟਮਸ ਤਾਂ ਹੋਊਗਾ ਨਾ, ਸਿਸਟਮਸ ਤਾਂ ਹੋਏਗਾ, ਟੌਪ ਦੇ ਉੱਤੇ ਮੰਨ ਲਓ ਡੇਟਾ ਹੋਊਗਾ, ਥੱਲੇ ਨਹੀਂ ਹੋਊਗਾ, ਹਨਾ। ਪਰ ਕੁਝ ਚੀਜ਼ਾਂ ਤਾਂ ਆ ਹੀ ਜਾਣਗੀਆਂ ਨਾਰਮਲੀ। ਟ੍ਰੇਨਿੰਗ ਤਾਂ ਆ ਗਈ ਨਾ, ਜੇ ਇੱਕ ਵਾਰ ਕੈਂਪ 'ਚ ਵੜ ਗਿਆ ਤਾਂ ਮਤਲਬ ਉਹਨੇ ਸਾਰੀ ਚੀਜ਼ਾਂ ਉਹਨੂੰ ਅਸੈਸ ਕਰ ਲਿਆ। ਜੇ ਆਪਣੇ ਉਹਨੇ ਫੋਨ ਦੇ ਵਿੱਚ ਵੀ ਫੋਟੋਆਂ ਖਿੱਚ ਲੀਆਂ, ਵੀਡੀਓ ਬਣਾ ਲਈਤੀ, ਕੁਝ ਵੀ ਉਹ ਤਾਂ 4.5 ਸਾਲਾਂ ਬਾਅਦ ਤੁਸੀਂ ਕਹਿੰਦੇ ਹੋ ਕਿ 25% ਉਹਨਾਂ ਚੋਂ ਕੰਟੀਨਿਊ ਕਰਾਂਗੇ, 75% ਜਿਹੜਾ। ਤਾਂ ਇਹ ਜਿਹੜੀ ਗੱਲ ਆ ਗਈ, ਇਹ ਇੱਕ ਸਰਕਾਰ ਦਾ ਜਲੂਸ ਨਿਕਲਿਆ ਹੋਇਆ ਵੀ ਦਿਖਦਾ, ਇਸ ਮੁਲਕ ਦਾ ਵੀ। ਮੁਲਕ ਦਾ ਕੀ, ਸਰਕਾਰ ਨੂੰ ਚਾਹੀਦਾ ਅੱਗੇ ਭਾਈ ਜਿਹੜੀਆਂ ਤੁਸੀਂ ਆਰਥਿਕ ਨੀਤੀਆਂ ਅਪਣਾਈਆਂ, ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ, 1991 ਦੇ ਅੰਦਰ ਮਨਮੋਹਨ ਸਿੰਘ ਦੀ ਬੜੀ ਪ੍ਰਸ਼ੰਸਾ ਹੁੰਦੀ ਉਹ ਨੀਤੀਆਂ ਕਰਕੇ। ਉਹ ਨੀਤੀਆਂ ਸਾਡੇ ਮਾਡਲ 'ਚ ਮੈਚ ਨਹੀਂ ਕਰਦੀਆਂ ਸੀ। ਉਹਨਾਂ ਨੇ ਦੁਨੀਆ ਦਾ ਬੇੜਾ ਗਰਕ ਕੀਤਾ, ਸਾਡੇ ਦੇਸ਼ ਦਾ ਵੀ ਬੇੜਾ ਗਰਕ ਕੀਤਾ ਉਹਨਾਂ ਨੀਤੀਆਂ ਨੇ। ਨਿਊ ਇਕਨੋਮਿਕ ਪਾਲਿਸੀਜ਼ ਆਈਆਂ ਜਿਹੜੀਆਂ, ਜਿਹੜਾ ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ ਤੇ ਪ੍ਰਾਈਵੇਟਾਈਜੇਸ਼ਨ ਟਰਮ ਵਰਤੀਆਂ ਗਈਆਂ। ਸੰਸਾਰੀਕਰਨ, ਨਿੱਜੀਕਰਨ ਤੇ ਉਦਾਰੀਕਰਨ, ਇਹਨਾਂ ਨੇ ਬੇੜਾ ਗਰਕ ਕੀਤਾ ਮੁਲਕ ਦਾ। ਕਿਉਂਕਿ ਇਹ ਮੁਲਕ ਬਹੁਤ ਹੀ ਇਨਫਾਰਮਲ ਮੁਲਕ ਸੀਗਾ, ਬਹੁਤ ਫਾਰਮਲ ਮੁਲਕ ਨਹੀਂ ਹੈਗਾ। ਉਸ ਫਾਰਮਲ ਕਰਨ ਦੇ ਚੱਕਰ ਨੇ ਇਕਨੋਮੀ ਨੂੰ ਫਾਰਮਲ ਕਰਨਾ, ਜਿਵੇਂ ਕਰੋਨਾ ਦੇ ਨਾਂ ਦੇ ਉੱਤੇ ਡਿਜੀਟਲਾਈਜੇਸ਼ਨ ਕੀਤਾ ਗਿਆ ਹੈਗਾ, ਆਧਾਰ ਕਾਰਡ ਦੇ ਨਾਂ ਤੇ ਕੀਤਾ ਗਿਆ ਹੈਗਾ, ਡਾਟੇ ਨੂੰ ਸਾਰੇ ਨੂੰ ਉਹ ਕਰਨ ਦੇ ਲਈ। ਡਾਟਾ ਦੀ ਗੇਮ ਉਹ 'ਚ ਬਹੁਤ ਵੱਡੀ। ਉਸੇ ਤਰੀਕੇ ਨਾਲ ਸਾਰੀਆਂ ਚੀਜ਼ਾਂ ਕਰਨ ਦੇ ਲਈ ਜੋ ਕੁਝ ਹੋਇਆ, ਜੋ ਨੀਤੀਆਂ ਬਣੀਆਂ, ਉਹਨਾਂ ਨੇ ਸਾਡੇ ਦੁਨੀਆ ਭਰ ਦੇ ਖੇਤੀਬਾੜੀ ਜਿਹੜੇ ਮਾਡਲ ਉਹਨਾਂ ਨੂੰ ਤਬਾਹ ਕੀਤਾ। ਉੱਥੇ ਚਰਚਾ ਹੋ ਰਹੀ ਹੈ ਉਹਨਾਂ ਮੁਲਕਾਂ ਦੇ ਅੰਦਰ, ਇਹ ਉਹਨਾਂ ਮੁਲਕਾਂ ਚਰਚਾ ਚੱਲਦੀ ਹੈ ਭਾਈ ਜੋ ਨੀਤੀਆਂ ਅਸੀਂ ਅਪਣਾਈਆਂ ਉਹ ਕਿੰਨੀਆਂ ਠੀਕ ਨੇ, ਕਿੰਨੀਆਂ ਗਲਤ ਨੇ। ਉੱਥੇ ਬਰਬਾਦ ਹੋਏ ਨੇ ਉਹ ਮਾਡਲ। ਦਵਿੰਦਰ ਸ਼ਰਮਾ ਬਾਰ-ਬਾਰ ਕਹਿੰਦੇ ਨੇ ਕਿ ਦੁਨੀਆ ਦੇ ਮਾਡਲ ਇਸੇ ਤਰੀਕੇ ਦੇ ਨਾਲ ਆਹ ਮਾਡਲ ਜਿਹੜਾ ਇੰਨੀ ਸੈਂਸਿਟਿਵ ਗੱਲ ਨੂੰ, ਇੰਨੀ ਸੈਂਸਿਟਿਵ ਥਾਂ ਨੂੰ ਤੁਸੀਂ ਇੱਕ ਇਹੋ ਜਿਹਾ ਡਿਸੀਜਨ ਲੈਣੇ ਹੋਗੇ, ਤੁਹਾਨੂੰ ਲੱਗਦਾ ਸਾਡੇ ਲਈ ਤਾਂ ਬੋਲਣ ਵਾਲਾ ਹੀ ਨਹੀਂਗਾ। ਕੌਣ ਬੋਲੂਗਾ ਸਾਡੀ ਸਰਕਾਰ ਖਿਲਾਫ? ਕੋਈ ਬੋਲੂਗਾ ਚੱਕ ਕੇ ਅੰਦਰ ਦੇ ਦਾਂਗੇ। ਮੈਂ ਉਹੀ ਗੱਲ ਕਰ ਰਿਹਾ ਜਿਸ ਤਰੀਕੇ ਨਾਲ ਕਿਸਾਨੀ ਅੰਦੋਲਨ 'ਚ ਹਾਲਾਂਕਿ ਜੋ ਆਪਾਂ ਕਹਿ ਸਕਦੇ ਹਾਂ ਬੀਜੇਪੀ ਦੇ ਖਾਸ ਸੀਗੇ, ਬੀਜੇਪੀ ਨੂੰ ਫੋਲੋ ਕਰਦੇ ਸੀ, ਉਹ ਉਸ ਚੀਜ਼ ਨੂੰ ਐਕਸੈਪਟ ਕਰਦੇ ਸੀ, ਉਹ ਚੀਜ਼ ਨੂੰ ਕਹਿ ਰਹੇ ਸੀ ਕਿ ਠੀਕ ਹੈ ਖੇਤੀ ਕਾਨੂੰਨ। ਪਰ ਹੁਣ ਤਾਂ ਇਹ ਅਗਨੀਪਥ ਸਕੀਮ ਦੀ ਤਾਂ ਜੋ ਬੀਜੇਪੀ ਦੇ ਬਹੁਤ ਪ੍ਰਸ਼ੰਸਕ ਰਹੇ ਨੇ ਉਹ ਆਲੋਚਨਾ ਕਰਦੇ ਹੋਏ ਨਜ਼ਰ ਆ ਰਹੇ ਨੇ। ਸਭ ਤੋਂ ਵੱਡੀ ਅਲਟਰਾ ਨੈਸ਼ਨਲ ਪਾਰਟੀ ਹੈ ਬੀਜੇਪੀ ਤਾਂ, ਜਿਹੜੀ ਪਾਰਟੀ ਸਭ ਤੋਂ ਵੱਡੀ ਨੈਸ਼ਨਲਿਸਟ ਪਾਰਟੀ ਬਣਦੀ ਹੈ, ਜਿਹੜੀ ਪਾਰਟੀ ਅਲਟਰਾ ਨੈਸ਼ਨਲਿਜ਼ਮ ਦੀ ਗੱਲ ਕਰਦੀ ਹੈ, ਉਹ ਆਪਦੀ ਆਰਮੀ ਦੇ ਉੱਤੇ ਐਡਾ ਵੱਡਾ ਸਮਝੌਤਾ ਕਰੇ ਤਾਂ ਲੋਕ ਤਾਂ ਫਿਰ ਉਹਦੀ ਆਲੋਚਨਾ ਕਰਨਗੇ। ਲੋਕ ਤਾਂ ਉਹਦੀ ਤਿੱਖੀ ਆਲੋਚਨਾ ਕਰ ਰਹੇ ਨੇ, ਸੜਕਾਂ ਤੇ ਨਿਕਲ ਰਹੇ ਨੇ। ਇਹੀ ਮੁੰਡਿਆਂ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਹੋਣੀਆਂ। ਗੱਲਾਂ ਤੁਸੀਂ ਦੇਸ਼ ਭਗਤੀ ਦੀਆਂ ਇੰਨੀਆਂ ਵੱਡੀਆਂ ਗੱਲਾਂ, ਤੁਸੀਂ ਨੈਸ਼ਨਲਿਜ਼ਮ ਦੀਆਂ ਐਡੀਆਂ ਵੱਡੀਆਂ ਗੱਲਾਂ ਤੁਸੀਂ ਅਲਟਰਾ ਨੈਸ਼ਨਲਿਜ਼ਮ ਦੀਆਂ ਕਰਨੀਆਂ, ਤੁਹਾਡੇ ਵਿਰੋਧ 'ਚ ਬੋਲਣ ਵਾਲਿਆਂ ਨੂੰ ਐਂਟੀ ਨੈਸ਼ਨਲ ਕਹਿਣਾ ਜੀ, ਤੇ ਜਿਹੜਾ ਤੁਸੀਂ ਪ੍ਰੈਕਟੀਕਲ ਅਮਲ 'ਚ ਕੋਈ ਗੱਲ ਕਰ ਰਹੇ ਹੋ ਉਹ ਐਡੀ ਖਤਰਨਾਕ ਆ ਕਿ ਸਾਰਾ ਮੁਲਕ, ਮੈਂ ਇਹੀ ਕਹਿ ਰਿਹਾ ਕਿ ਇਹਦੇ ਨਤੀਜੇ ਬਹੁਤ ਖਤਰਨਾਕ ਹੋ ਸਕਦੇ ਨੇ। ਜਰਨਲ ਦੋਨਾਂ ਪੱਖਾਂ ਤੋਂ ਹੀ, ਜੇ ਭਰਤੀ ਹੋਊਗੀ ਤਾਂ ਵੀ, ਜੇ ਨਹੀਂ ਹੁੰਦੀ ਤਾਂ ਵੀ। ਕੀ ਜਾ ਰਿਹਾ ਮੈਸੇਜ ਅੱਜ ਬਹੁਤ ਵੱਡੇ ਪੱਧਰ ਤੇ ਬੇਰੁਜ਼ਗਾਰ ਨੌਜਵਾਨ ਆ। ਸਭ ਤੋਂ ਵੱਡਾ ਮੁੱਦਾ ਦੇਸ਼ ਦਾ ਬੇਰੁਜ਼ਗਾਰੀ ਆ। ਧਰਮਾਂ ਦੇ ਨਾਂ ਤੇ ਡਿਬੇਟ ਕਰਨਾ ਨਹੀਂ ਟੀਵੀ ਵਾਲੇ ਜਿਹੜੇ ਕਰਦੇ ਨੇ, ਜਿਹੜੇ ਹਰ ਰੋਜ਼ ਟੀਵੀ ਦੇ ਐਂਕਰ ਮੁਸਲਮਾਨ ਵਰਸਸ ਹਿੰਦੂ, ਹਿੰਦੂ ਵਰਸਸ ਮੁਸਲਮਾਨ ਕਰੀ ਜਾਂਦੇ ਨੇ। ਇਹਨਾਂ ਨੂੰ ਲੱਗਦਾ ਮੁੰਡਿਆਂ ਨੂੰ ਭੜਕਾਈ ਰੱਖੋ, ਨੌਜਵਾਨਾਂ ਨੂੰ ਇਸ ਤੇ ਲਾਈ ਰੱਖੋ, ਹਿੰਦੂ ਮੁਸਲਿਮ ਤੇ। ਇਹ ਮਸਲਾ ਨਹੀਂ ਹੈਗਾ। ਮਸਲਾ ਦੇਸ਼ ਦੇ ਅੰਦਰ ਸਭ ਤੋਂ ਵੱਡਾ ਬੇਰੁਜ਼ਗਾਰੀ ਦਾ ਮਸਲਾ। ਬੇਰੁਜ਼ਗਾਰੀ ਦੇ ਅੰਦਰ ਸ਼੍ਰੀਲੰਕਾ 'ਚ ਅਸੀਂ ਦੇਖ ਚੁੱਕੇ ਹਾਂ ਕੀ ਕੁਛ ਹੋਇਆ ਹੈਗਾ।
ਕੀ ਹੋਇਆ ਉੱਥੇ? ਇਹੀ ਹੋਇਆ ਨਾ, ਡਿਸਟੇਬਲ ਹੋਏ ਸਾਰੀ ਗਵਰਨਮੈਂਟ ਵੀ ਸੇ ਪ੍ਰਧਾਨ ਮੰਤਰੀ ਛੱਡਣਾ ਪਿਆ। ਜਿਹੜਾ ਬੰਦਾ ਜਮੀ ਜ਼ੀਰੋ ਤੇ ਹਾਰਿਆ ਸੀਗਾ ਉਹਨੂੰ ਲਿਆ ਕੇ ਪ੍ਰਧਾਨ ਮੰਤਰੀ ਬਣਾਉਣਾ ਪਿਆ, ਜਿਹੜਾ ਬੰਦੇ ਕੋਲ ਕੁਝ 4 ਸੀਟਾਂ ਨਹੀਂ ਔਰ ਆਈਆਂ। ਮੋਰਓਵਰ ਗੱਲ ਇਹ ਵੀ ਹੈ ਨਾ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਲੋਕਾਂ ਦੇ ਨਾਲ ਨੌਕਰੀਆਂ ਦਾ, ਉਸ ਨੂੰ ਤੁਸੀਂ ਹੁਣ ਕਿਸ ਤਰੀਕੇ ਨਾਲ ਪੂਰਾ ਕਰਦੇ ਹੋ ਨਜ਼ਰ ਆ ਰਹੇ ਹੋ। ਹਾਲਾਂਕਿ ਜੋ ਆਰਮੀ ਦੇ ਵੀ ਲੋਕ ਹੈ, ਜਨਰਲ ਜੀ.ਡੀ. ਬਖਸ਼ੀ, ਜਿਹੜੇ ਕਿ ਹਮੇਸ਼ਾ ਪੀਐਮ ਮੋਦੀ ਦੀ ਤਾਰੀਫ ਕਰਦੇ ਨੇ, ਉਹ ਵੀ ਅੱਜ ਆਲੋਚਨਾ ਕਰਦੇ ਹੋ ਨਜ਼ਰ ਆ ਰਹੇ ਕਿ ਇਹ ਫੈਸਲਾ ਨਹੀਂ, ਇਹ ਤਾਂ ਸਾਰਿਆਂ ਨੂੰ ਇਹ ਮੈਂ ਵੀ ਕਹਿ ਰਿਹਾ, ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪੈਣਾ। ਜਿੰਨਾ ਮਰਜ਼ੀ ਸਰਕਾਰ ਜੋ ਲਾ ਰਹੀ ਹੈ, ਜਾਂ ਤਾਂ ਸਰਕਾਰ ਕਹਦੇ ਭਾਈ ਅਸੀਂ ਮੁਲਕ ਨਹੀਂ ਚੱਲਦਾ, ਹਨਾ, ਮੁਲਕ ਦੇ ਤਾਂ ਸਭ ਤੋਂ ਵੱਡੇ ਦਾਅਵੇਦਾਰ ਇੰਟਰਨੈਸ਼ਨਲ, ਤੁਸੀਂ ਇੰਨੀ ਬ੍ਰਾਂਡਿੰਗ ਕਰ ਰਹੇ ਹੋ, ਇੰਟਰਨੈਸ਼ਨਲ ਟੂਰਾਂ ਤੇ ਇੰਨਾ ਪੈਸਾ ਖਰਚ ਰਹੇ ਹੋ, ਮੀਡੀਆ 'ਚ ਇੰਨੀ ਬ੍ਰਾਂਡਿੰਗ ਹੋ ਰਹੀ ਹੈ। ਪਹਿਲਾਂ ਆਪਾਂ ਬਾਕੀ ਥੱਲੜੀਆਂ ਚੀਜ਼ਾਂ ਦਾ ਠੀਕ ਕਰ ਲਈਏ। ਇਸ ਕਰਕੇ ਜ਼ਰੂਰੀ ਹੈ ਕਿ ਸਰਕਾਰ ਇਸ ਮਸਲੇ ਦੇ ਉੱਤੇ ਜਿਹੜਾ ਸੀਰੀਅਸ ਹੋਵੇ, ਸਰਕਾਰ ਸੋਚੇ, ਸਰਕਾਰ ਇਸ ਫੈਸਲੇ ਨੂੰ ਵਾਪਸ ਲਵੇ। ਔਰ ਲੱਗਦਾ ਕਿ ਜਿਸ ਤਰੀਕੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਨੇ ਧਰਨਾ ਲਾ ਕੇ 1.5 ਸਾਲ ਸੜਕਾਂ ਦੇ ਉੱਤੇ ਬੈਠ ਕੇ, ਨਹੀਂ ਇੰਨਾ ਆਰਗੇਨਾਈਜ਼ ਤਾਂ ਨਹੀਂ ਹੋਏਗਾ, ਕਿਉਂਕਿ ਨੌਜਵਾਨ ਨੇ ਵਿਚਾਰੇ ਅੱਜ ਵੀ ਦੇਖ ਲਓ, ਉਹਨਾਂ ਨੂੰ ਪਤਾ ਨਹੀਂ, ਉਹ ਕੋਈ ਵਾਇਲੈਂਟ ਮੁੰਡੇ ਥੋੜੀ ਨੇਗੇ ਵਿਚਾਰੇ। ਵਾਇਲੈਂਸ ਨਹੀਂ ਕਰਨਾ ਚਾਹੀਦਾ, ਹਿੰਸਾ ਦੇ ਰਾਹ ਨਹੀਂ ਪੈਣਾ ਚਾਹੀਦਾ ਉਹਨਾਂ ਮੁੰਡਿਆਂ ਨੂੰ, ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਹੋਣੇ ਚਾਹੀਦੇ ਨੇ। ਇੰਨਾ ਆਰਗੇਨਾਈਜ਼ ਤਾਂ ਨਹੀਂ ਹੋਏਗਾ, ਕਿਉਂਕਿ ਕੋਈ ਉਸ ਤਰ੍ਹਾਂ ਦੀ ਯੂਨੀਅਨ ਨਹੀਂ ਹੈ ਇਹਨਾਂ ਮੁੰਡਿਆਂ ਨੂੰ ਆਰਗੇਨਾਈਜ਼ ਕਰ ਲਈ। ਕਿਸਾਨਾਂ ਨੂੰ ਤਾਂ ਆਰਗੇਨਾਈਜ਼ ਕਰਨ ਲਈ ਕਿਸਾਨ ਯੂਨੀਅਨਾਂ ਸੀ, ਬੇਰੁਜ਼ਗਾਰਾਂ ਦੇ ਵੀ ਹੈਗੀਆਂ ਨੇ, ਪਰ ਐਡੀ ਪਾਵਰ ਕੋਈ ਨਹੀਂ ਹੋਈ ਜਿਹੜਾ ਸੈਂਟਰ ਬਣ ਜੇ। ਹੋ ਸਕਦਾ ਬਣ ਜੇ, ਕੋਈ ਵੱਡੀ ਗੱਲ ਨਹੀਂ ਬਣ ਜੇ, ਕੋਈ ਆਵੇ ਪੋਲੀਟੀਕਲ ਪਾਵਰ, ਕੋਈ ਆ ਕੇ ਬਾਹ, ਪਰ ਜਦੋਂ ਕਾਂਗਰਸ ਜਾਂ ਕੋਈ ਹੋਰ ਪਾਰਟੀ ਜਾਏਗੀ ਉਹ ਤਾਂ ਫਿਰ ਪੋਲੀਟੀਸਾਈਜੇਸ਼ਨ ਹੋ ਜਾਏਗਾ, ਫਿਰ ਤਾਂ ਸਿੱਧਾ ਬੀਜੇਪੀ ਲਈ ਕਹਿਣ ਲਈ ਹੋ ਜਾਏਗਾ। ਉਹ ਨਹੀਂ ਹੋਣਾ। ਮੁੰਡਿਆਂ ਨੂੰ ਇਹ ਚਾਹੀਦਾ ਕਿ ਸ਼ਾਂਤਮਈ ਤਰੀਕੇ ਨਾਲ, ਪਹਿਲਾ ਸ਼ਰਤ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ, ਤਾਂ ਹੀ ਪ੍ਰੋਟੈਸਟ ਵੱਡੇ ਹੋ ਸਕਦੇ ਨੇ, ਤਾਂ ਹੀ ਪ੍ਰੋਟੈਸਟ ਸਰਵਾਈਵ ਕਰ ਸਕਦੇ ਨੇ, ਤਾਂ ਹੀ ਕੋਈ ਲੰਮੀ ਰਣਨੀਤੀ ਘੜੀ ਜਾ ਸਕਦੀ ਹੈ, ਤਾਂ ਹੀ ਸਰਕਾਰ ਆ ਜਿਹੜੀ ਉਹ ਝੁਕਾਈ ਜਾ ਸਕਦੀ ਹੈ, ਜਿਵੇਂ ਕਿਸਾਨ ਅੰਦੋਲਨ ਨੇ ਝੁਕਾਈ ਹੈ। ਇਹਨਾਂ ਮੁੰਡਿਆਂ ਨੂੰ ਕਿਸਾਨ ਅੰਦੋਲਨ ਤੋਂ ਸਿੱਖਣਾ ਚਾਹੀਦਾ ਕਿ ਸਰਕਾਰ ਖਿਲਾਫ ਲੜਨਾ ਕਿਵੇਂ ਹੈਗਾ ਜੀ। ਵੈਸੇ ਤਾਂ ਸਾਰੀਆਂ ਜਿੰਨੇ ਸੰਘਰਸ਼ ਚੱਲਦੇ, ਕਿਸਾਨ ਅੰਦੋਲਨ ਤੋਂ ਬਹੁਤ ਸਾਰੀਆਂ ਗੱਲਾਂ ਸਿੱਖਣ ਵਾਲੀਆਂ ਨੇ। ਜ਼ਰੂਰੀ ਹੈ ਕਿ ਲੜਾਈ ਲੜੀ ਜਾਵੇ, ਔਰ ਅੱਜ ਨਹੀਂ ਤੇ ਕੱਲ ਮੈਨੂੰ ਲੱਗਦਾ ਲੈਣਾ ਪਏਗਾ, ਔਰ ਜ਼ਰੂਰੀ ਹੈ ਕਿ ਸਰਕਾਰ ਇਸ ਨੂੰ ਵਾਪਸ ਲਵੇ। ਬਹੁਤ ਧੰਨਵਾਦ। ਤਾਂ ਰਾਜਨੀਤੀ ਡੀਕੋਡ ਦੇ ਵਿੱਚ ਡੀਕੋਡ ਕਰ ਰਹੇ ਸੀ ਅਗਨੀਪਥ ਰਿਕਰੂਟਮੈਂਟ ਸਕੀਮ, ਜੋ ਸਰਕਾਰ ਦੇ ਵੱਲੋਂ ਲੈ ਕੇ ਆਈ ਗਈ ਹੈ। ਸੜਕਾਂ ਦੇ ਉੱਤੇ ਨੌਜਵਾਨ ਨੇ, ਸੜਕਾਂ ਦੇ ਉੱਤੇ ਅਗਨੀ ਦੇਖਣ ਨੂੰ ਮਿਲ ਰਹੀ ਹੈ, ਔਰ ਅਪੀਲ ਇਹੀ ਹੈ ਕਿ ਆਪਣਾ ਪ੍ਰਦਰਸ਼ਨ ਜੋ ਹੈ, ਪ੍ਰੋਟੈਸਟ ਜੋ ਹੈ, ਉਹ ਸ਼ਾਂਤਮਈ ਤਰੀਕੇ ਨਾਲ ਕਰੋ, ਔਰ ਆਪਣੇ ਹੱਕਾਂ ਦੀ ਆਵਾਜ਼ ਸ਼ਾਂਤਮਈ ਤਰੀਕੇ ਨਾਲ ਚੱਕੋ।